ਜਸ ਟੀਵੀ ਦੇਖ ਰਹੇ ਤੁਸੀਂ। मैं केपी सिंह टू द पॉइंट ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। मैं ਤੁਹਾਡਾ ਵਾਅਦਾ ਕੀਤਾ ਸੀਗਾ ਕਿ ਜਦੋਂ ਰਾਜਪਾਲ ਦਾ ਭਾਸ਼ਣ ਹੋਊਗਾ ਤੇ ਡਿਬੇਟ ਜ਼ਰੂਰ ਕਰਾਂਗੇ। ਬਜਟ ਇਜਲਾਸ ਸ਼ੁਰੂ ਹੋਇਆ ਤੇ ਰਾਜਪਾਲ ਸਾਹਿਬ ਦਾ ਭਾਸ਼ਣ ਵੀ ਹੋਇਆ ਤੇ ਉਹ ਭਾਸ਼ਣ ਦੀ ਕਾਪੀ ਹੈ। ਇਹ ਬਹੁਤ ਘੱਟ ਲੋਕਾਂ ਤੱਕ ਪਹੁੰਚਦੀ ਹੈ। ਜਿਹੜੇ ਉੱਥੇ ਜਾਂਦੇ ਆ ਸਦਨ ਦੇ ਵਿੱਚ ਉਹਨਾਂ ਦੇ ਹੱਥਾਂ ਵਿੱਚ ਜ਼ਰੂਰ ਹੁੰਦੀ ਹੈ ਜਿਨ੍ਹਾਂ ਨੂੰ ਕਵਰੇਜ ਦਾ ਮੌਕਾ ਮਿਲਦਾ। ਤੇ ਇਸ ਦੇ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਲਿਖੀਆਂ ਹੁੰਦੀਆਂ ਤੇ ਇਹਨਾਂ ਪ੍ਰਾਪਤੀਆਂ ਦੇ ਵਿੱਚ ਇੱਕ ਸ਼ਬਦ ਹੁੰਦਾ ਮੇਰੀ ਸਰਕਾਰ, ਜਾਂ ਇਹ ਕਹਿ ਲਓ ਕਿ ਇੰਗਲਿਸ਼ ਵਿੱਚ ਹੁੰਦਾ ਮਾਈ ਗੌਰਮੈਂਟ। ਤੇ ਉਹ ਰਾਜਪਾਲ ਨੇ ਉਹ ਪੜ੍ਹਨਾ ਹੁੰਦਾ ਤੇ ਸਰਕਾਰ ਵੱਲੋਂ ਇਹ ਭਾਸ਼ਣ ਲਿਖਿਆ ਹੁੰਦਾ ਤੇ ਉਸ ਤੋਂ ਬਾਅਦ ਪ੍ਰਾਪਤੀਆਂ ਜਿਹੜੀਆਂ ਦੱਸੀਆਂ ਹੁੰਦੀਆਂ ਸਰਕਾਰ ਦੀਆਂ ਉਹ ਸਦਨ ਦੇ ਵਿੱਚ ਦੱਸਣੀਆਂ ਹੁੰਦੀਆਂ। ਤੇ ਜਦੋਂ ਮੇਰੀ ਸਰਕਾਰ ਸ਼ਬਦ ਬੋਲਿਆ ਤੇ ਵਿਰੋਧੀ ਧਿਰ ਦੇ ਆਗੂ ਨੇ ਇਤਰਾਜ਼ ਜਤਾਇਆ ਕਿ ਮੇਰੀ ਸਰਕਾਰ ਤੁਸੀਂ ਕਿਉਂ ਕਹਿ ਰਹੇ ਹੋ, ਸਰਕਾਰ ਤਾਂ ਤੁਸੀਂ ਮੰਨਦੇ ਨਹੀਂ। ਇਹੋ ਜਿਹੇ ਤੰਜ ਤਾਨੇ ਉਹਨਾਂ ਦੀ ਐਪਰੋਪ੍ਰੀਏਟ ਜਿਹੜੀ ਵਰਡਿੰਗ ਹੈਗੀ ਆ ਜਾਂ ਐਕੂਰੇਟ ਵਰਡਿੰਗ ਹੈਗੀ ਆ ਉਹ ਤਾਂ ਸਾਂਝੀ ਨਹੀਂ ਹੋ ਸਕਦੀ ਕਿ ਪਰ ਇਹੋ ਜਿਹਾ ਸਭ ਕੁਝ ਹੋਇਆ। ਇਹ ਕਿਉਂ ਹੋਇਆ, ਇਸ ਦੇ ਪਿੱਛੇ ਰੀਜ਼ਨ ਕੀ ਸੀਗਾ, ਇਹ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀਗਾ, ਸੰਵਿਧਾਨ ਮੁਤਾਬਕ ਇਹ ਭਾਸ਼ਣ ਪੜ੍ਹਨਾ ਕੀ ਰਾਜਪਾਲ ਦੀ ਮਜਬੂਰੀ ਹੈ ਜਾਂ ਜ਼ਰੂਰੀ ਹੈ, ਸਾਰੇ ਸਵਾਲ ਹੋਣੇ ਲਾਜ਼ਮੀ ਹੈ। ਭਾਸ਼ਣ ਤੇ ਕਮਸਾਨ ਕਿਉਂ? ਮਸਲਾ ਪ੍ਰਿੰਸੀਪਲ ਦਾ। ਤੁਸੀਂ PAL ਵਾਲਾ ਸਮਝ ਲਓ ਜਾਂ PLE ਵਾਲਾ ਸਮਝ ਲਓ, ਤੁਹਾਨੂੰ ਸਮਝ ਆ ਜਾਊਗਾ ਕਿ ਮਸਲਾ ਅਸਲ ਵਿੱਚ ਹੈ ਕੀ ਹੈ। ਸਦਨ ਦੇ ਅੰਦਰ ਤੇ ਬਾਹਰ ਤੱਕ ਕੀ ਬਿਆਨਬਾਜ਼ੀ ਹੋਈ ਹੈ, ਪਹਿਲਾਂ ਸੁਣ ਲਓ। क्या है, मैंने पहले ही बोला है ना, that Caesar's wife should not only be above suspicion but should be seen to be so. That I have told him and I think they will agree to me. Whatever, they will agree. And I am confident that they will definitely agree. ਇਹ ਸਾਰਾ ਧੱਕੇ ਨਾਲ ਇਹ ਜਿਹੜਾ ਪੋਥਾ ਜਿਹੜਾ ਦਿੱਤਾ ਗਿਆ ਅੱਜ ਗਵਰਨਰ ਸਾਹਿਬ, ਇਹ ਝੂਠ ਦਾ ਪੋਥਾ। ਜਦੋਂ ਗਵਰਨਰ ਸਾਹਿਬ ਖੁਦ ਇਸ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਆਪਣੇ ਗਵਰਨਰ ਦੇ ਡੈਸ ਨੂੰ, ਦੈਟ ਮੀਨਸ ਹੀ ਇਹਦੇ ਵਿੱਚ ਬਹੁਤ ਸਾਰੇ ਕੰਸਰਨਸ ਨੇ। ਪਹਿਲੇ ਤੇ ਹੈਡਮਾਸਟਰ ਪ੍ਰਿੰਸੀਪਲਸ ਵਾਲਾ 10ਵੇਂ ਨੰਬਰ ਤੇ ਹੈ। ਉਹਨਾਂ ਪੁੱਛਿਆ ਕ੍ਰਾਈਟੇਰੀਆ ਦੱਸੋ ਕਿਸ ਤਰ੍ਹਾਂ ਘੱਲੇ ਨੇ, ਅੱਜ ਦੂਜਾ ਬੈਚ ਘੱਲ ਦਿੱਤਾ, ਕ੍ਰਾਈਟੇਰੀਆ ਦੱਸਣ ਨੂੰ ਤਿਆਰ ਨਹੀਂ। ਅਸੀਂ ਪੜ੍ਹਨ ਦੇ ਤੇ ਪੜ੍ਹਾਉਣ ਦੇ ਪੁਰਾਣੇ ਤਰੀਕਿਆਂ ਨੂੰ ਅਸੀਂ ਅਪਡੇਟ ਕਰਾਂਗੇ, ਬਦਲਾਂਗੇ। ਉਸੇ ਕੜੀ ਦੇ ਵਿੱਚ ਅੱਜ ਜਿਹੜਾ ਪ੍ਰਿੰਸੀਪਲਸ ਦਾ ਦੂਜਾ ਬੈਚ 30 ਪ੍ਰਿੰਸੀਪਲਸ ਦਾ ਦੂਜਾ ਬੈਚ ਅੱਜ ਸਿੰਗਾਪੁਰ ਲਈ ਰਵਾਨਾ ਹੋਇਆ। ਵੱਡਾ ਸਵਾਲ ਜਿਹੜਾ ਅਸੀਂ ਇਸ ਡਿਬੇਟ ਵਿੱਚ ਪੁੱਛਣ ਜਾ ਰਹੇ ਹਾਂ ਉਹ ਇਹ ਸਵਾਲ ਹੈ ਕਿ ਬਜਟ ਇਜਲਾਸ ਦੇ ਆਗਾਜ਼ ਮੌਕੇ ਰਾਜਪਾਲ ਦੇ ਮੇਰੀ ਸਰਕਾਰ ਵਾਲੇ ਭਾਸ਼ਣ ਤੇ ਹੰਗਾਮੇ ਦੇ ਪਰਦੇ ਪਿੱਛੇ ਕੀ ਹੈ। ਚਾਰੇ ਪਾਰਟੀਆਂ ਦੇ ਮਹਿਮਾਨ ਸਾਡੇ ਨਾਲ ਨੇ। ਰਮਨ ਚਾਂਦੀ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਰਮਨ ਚਾਂਦੀ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਮਿਸਟਰ ਭੁੱਲਰ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਸੁਰਿੰਦਰ ਕਮਲ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਡਾਕਟਰ ਸੁਰਿੰਦਰ ਕਮਲ ਤੁਹਾਡਾ ਬਹੁਤ ਸਵਾਗਤ ਹੈ। ਸ਼ੁਕਰੀਆ। ਡਾਕਟਰ ਸੁਰਿੰਦਰ ਕਮਲ, ਗਵਰਨਰ ਸਾਹਿਬ ਨੇ ਕੀ ਇਹ ਸ਼ਬਦ ਸਹੀ ਵਰਤਿਆ ਸੀਗਾ ਜਾਂ ਉਹਨਾਂ ਨੂੰ ਵਰਤਣਾ ਨਹੀਂ ਚਾਹੀਦਾ ਸੀਗਾ? ਡਾਕਟਰ ਸੁਰਿੰਦਰ ਕਮਲ, BJP ਦਾ ਟੇਕ। ਦੇਖੋ, ਇੱਕ ਸ਼ੁਕਰੀਆ, ਆਪਾਂ ਇੱਕ ਅੱਛੀ ਬਹਿਸ ਦੇ ਲਈ ਆਏ ਹਾਂ ਕਿਉਂਕਿ ਪੰਜਾਬ ਦੇ ਵਿੱਚ ਜਿੱਦਾਂ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਵਾ, ਸੰਵਿਧਾਨਿਕ ਪੋਸਟਾਂ ਸਿਲੈਕਟਡ ਤੇ ਇਲੈਕਟਡ ਦੀ ਜਿਹੜੀ ਰਾਜਨੀਤੀ ਚੱਲਦੀ ਪਈ ਆ ਉਹ ਦੈਟ ਇਜ਼ ਬੈਡ। ਬਿਕੋਜ਼ ਆਪਾਂ ਇੱਕ ਲੋਕਤੰਤਰਿਕ ਢਾਂਚੇ ਦੇ ਵਿੱਚ ਰਹਿੰਦੇ ਆ। ਸਾਡੇ ਇੱਥੇ ਜੇਕਰ ਆਪਾਂ ਇੰਡੀਅਨ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤਾਂ ਇਸ ਡੈਮੋਕ੍ਰੇਸੀ ਦੇ ਵਿੱਚ, ਇਸ ਡੈਮੋਕ੍ਰੇਸੀ ਦੇ ਕਰਕੇ ਹੀ ਅਸੀਂ ਲੋਕ ਜਾਂ ਸਾਡਾ ਭਾਰਤ ਇੱਕ ਸੁੰਦਰ ਤੇ ਖੂਬਸੂਰਤ ਗੁਲਦਸਤਾ ਹੈਗਾ ਵਾ। ਔਰ ਜਦੋਂ ਇਲੈਕਟਡ ਤੇ ਸਿਲੈਕਟਡ ਦੀ ਗੱਲ ਆਉਂਦੀ ਹੈ, ਜਦੋਂ ਰਾਜਪਾਲ ਸਾਹਿਬ ਕਹਿੰਦੇ ਨੇ ਕਿ ਸਾਡੀ ਸਰਕਾਰ, ਤਾਂ ਸਾਡੀ ਸਰਕਾਰ ਮੀਨ ਟੂ ਸੇ ਕਿ ਜੋ ਵੀ ਰਾਜ ਦੇ ਵਿੱਚ ਸਰਕਾਰਾਂ ਬਣਦੀਆਂ ਨੇ ਇਸ ਗਣਤੰਤਰ ਦੇ ਵਿੱਚ, ਉਹਨਾਂ ਦਾ ਜਿਹੜਾ ਮੁਖੀਆ ਵਾ ਉਹ ਰਾਜਪਾਲ ਦੇ ਵੱਲੋਂ ਜਵਾਬਦੇਹੀ ਹੁੰਦੀ ਆ। ਔਰ ਜਦੋਂ ਇਹ ਸਰਕਾਰ ਗਠਿਤ ਹੁੰਦੀ ਆ ਉਦੋਂ ਬਕਾਇਦਾ ਤੌਰ ਤੇ ਜਦੋਂ ਰਾਜਪਾਲ ਦੇ ਵੱਲੋਂ ਸਹੁੰ ਚੁਕਾਈ ਜਾਂਦੀ ਆ ਤਾਂ ਉਹਦਾ ਮਤਲਬ ਕੀ ਹੈਗਾ ਵਾ ਕਿ ਸੰਵਿਧਾਨਿਕ ਪੱਖ ਤੋਂ ਰਾਜਪਾਲ ਜਿਹੜਾ ਵਾ ਉਹ ਸੂਬੇ ਦੀ ਅਗਵਾਈ ਕਰਨ ਵਾਲਾ ਉਹ ਚੁਣਿੰਦਾ ਇੱਕ ਪਰਸਨ ਹੁੰਦੇ ਨੇ। ਔਰ ਜਿਹਦੀ ਵਜ੍ਹਾ ਕਰਕੇ ਅੱਜ ਰਾਜਪਾਲ ਸਾਹਿਬ ਨੇ ਭਾਸ਼ਣ ਉੱਥੋਂ ਸ਼ੁਰੂ ਕੀਤਾ ਔਰ ਇਸ ਦੀ ਮਰਿਆਦਾ ਨੂੰ ਜਿਹੜਾ ਵਾ ਉਹ ਆਮ ਆਦਮੀ ਸਰਕਾਰ ਨੂੰ, ਜਿਹੜਾ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਦੀ ਸਰਕਾਰ ਹੈ, ਇਸ ਨੂੰ ਸਮਝਣ ਦੀ ਲੋੜ ਆ। ਤੇ ਇਹ ਜਿਹੜੀਆਂ ਨਿਯੁਕਤੀਆਂ ਨੇ ਜਾਂ ਇਹ ਜਿਹੜਾ ਸਾਰਾ ਤਾਣਾ ਬਾਣਾ ਵਾ ਜਾਂ ਡਾਕਟਰ ਸੁਰਿੰਦਰ ਕਮਲ ਸੰਵਿਧਾਨਿਕ ਢਾਂਚਾ ਹੈ ਜੋ ਆਪੋਜੀਸ਼ਨ ਨੇ ਕੀਤਾ, ਮੁੱਖ ਵਿਰੋਧੀ ਧਿਰ ਨੇ, ਤੁਸੀਂ ਉਹਨਾਂ ਦੇ ਨਾਲ ਖੜੇ ਹੋ?
ਦੇਖੋ ਮੁੱਖ ਵਿਰੋਧੀ ਧਿਰ ਨੇ ਜਿਹੜਾ ਆਪਣਾ ਰੋਲ ਅਦਾ ਕੀਤਾ ਵਾ ਤਾਂ ਉਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਕੀਤਾ ਹੋਵੇਗਾ। ਹੋ ਸਕਦਾ ਉਹ ਆਪਣੀ ਜਗ੍ਹਾ ਤੇ ਸਹੀ ਹੋਣ, ਪਰ ਜਿਹੜੇ ਸੰਵਿਧਾਨਿਕ ਢਾਂਚੇ ਦੀ ਅਸੀਂ ਗੱਲ ਕਰਦੇ ਹਾਂ ਉਸ ਸੰਵਿਧਾਨਿਕ ਤੁਸੀਂ ਹੋ ਸਕਦਾ ਹੈ ਸ਼ਬਦ ਕਿਉਂ ਵਰਤ ਰਹੇ ਹੋ? ਸਿੱਧਾ ਸਿੱਧਾ ਸਟੈਂਡ ਕਿਉਂ ਨਹੀਂ ਸਪਸ਼ਟ ਕਰਦੇ ਡਾਕਟਰ ਸਿੰਧੂ ਕਮਲ? ਨਹੀਂ ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ। ਹਰ ਕਿਸੇ ਨੇ ਆਪਣੀ ਗਰਾਊਂਡ ਤੋਂ ਆਪਣੀ ਪਿੱਚ ਦੇ ਉੱਤੇ ਕੰਮ ਕਰਨਾ ਹੁੰਦਾ। ਕਾਂਗਰਸ ਨੇ ਕਿਹੜੇ ਵੇ ਦੇ ਨਾਲ ਕੰਮ ਕੀਤਾ, ਉਹ ਕਾਂਗਰਸ ਨੇ ਆਪਣੀ ਨੀਤੀ ਦੇ ਮੁਤਾਬਕ ਕੰਮ ਕੀਤਾ। ਅਗਰ ਉਹ ਵਿਰੋਧੀ ਧਿਰ ਦੇ ਹਿਸਾਬ ਨਾਲ ਦੇਖਦੇ ਨੇ ਕਿ ਉਹਨਾਂ ਨੇ ਸਹੀ ਰੋਲ ਅਦਾ ਕੀਤਾ ਤਾਂ ਡੈਫੀਨੇਟਲੀ ਉਹਨਾਂ ਨੇ ਸਹੀ ਰੋਲ ਅਦਾ ਕੀਤਾ ਹੋਊਗਾ। ਮੈਂ ਉਹਨਾਂ ਦੀ ਕਿਸੇ ਵੀ ਚੰਗੀ ਮਾੜੀ ਟਿੱਪਣੀ ਦੇ ਨਾਲ ਨਹੀਂ ਖਲੋਂਗੀ। ਮੈਂ ਰਾਜਪਾਲ ਸਾਹਿਬ ਹੋਰਾਂ ਦੀ ਜਿਹੜੀ ਗੱਲ ਆ ਉਹਦੇ ਨਾਲ ਪ੍ਰੋਪਰ ਜਿਹੜੀ ਖਲੋਂਗੀ ਕਿ ਮੌਜੂਦਾ ਸਰਕਾਰ ਨੂੰ ਜਿਹੜਾ ਵਾ ਸੰਵਿਧਾਨਿਕ ਇਸ ਢਾਂਚੇ ਦੀ ਜਿਹੜੀ ਆ ਮਰਿਆਦਾ ਦੇ ਵਿੱਚ ਰਹਿਣ ਦੀ ਲੋੜ ਆ ਤੇ ਉਹਨਾਂ ਨੂੰ ਰਾਜਪਾਲ ਦੇ ਨਾਲ ਜੋੜ ਕੇ ਕੰਮ ਕਰਨ ਦੀ ਲੋੜ ਆ, ਕਿਉਂਕਿ ਜੇ ਉਹ ਇਦਾਂ ਨਹੀਂ ਕਰਦੇ ਤਾਂ ਇਟ ਮੀਨ ਟੂ ਸੇ ਉਹ ਖੁਦ ਹੀ ਇਸ ਡੈਮੋਕ੍ਰੇਸੀ ਨੂੰ ਢਾਹ ਲਾਉਂਦੇ ਪਏ ਨੇ। ਚਲੋ ਠੀਕ ਹੈ ਮਿਸਟਰ ਖੜਿਆਲ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਪਈ ਹੋਊਗੀ। ਤੁਹਾਡੀ ਆਵਾਜ਼ ਜੇ ਸਾਡੇ ਤੱਕ ਪਹੁੰਚ ਜਾਵੇ ਤਾਂ ਮੇਰੇ ਪਹਿਲੇ ਸਵਾਲ ਦਾ ਜਵਾਬ ਦੇ ਦਿਓ। ਨਹੀਂ ਆ ਰਹੀ, ਨਹੀਂ ਆ ਰਹੀ, ਤੁਸੀਂ ਮਿਊਟ ਹੋ। ਮਾਈਕ ਚਲੋ ਕੋਈ ਨਹੀਂ, ਫਿਰ ਆਪਾਂ ਆ ਜਾਵਾਂਗੇ ਕਾਂਗਰਸ ਕੋਲ। ਰਮਨ ਚਾਂਦੀ ਰਾਜਪਾਲ ਸਾਹਿਬ ਨੇ ਸਹੀ ਰੋਲ ਪਲੇ ਕੀਤਾ ਅੱਜ? ਜੀ ਕੇਪੀ ਜੀ ਬਿਲਕੁਲ ਸਹੀ ਰੋਲ ਅਦਾ ਕੀਤਾ। ਉਹਦਾ ਕਾਰਨ ਇਹ ਹੈ, ਦੇਖੋ ਜਦੋਂ ਰਾਜਨੀਤੀ ਸ਼ਬਦ ਆਉਂਦਾ ਹੈ ਤਾਂ ਰਾਜਨੀਤੀ ਦੇ ਵਿੱਚ ਵਿਚਾਰਾਂ ਦੇ ਜਿਹੜੇ ਮਤਭੇਦ ਨੇ ਉਹ ਇਤਿਹਾਸ ਵੀ ਰਿਹਾ, ਹਮੇਸ਼ਾ ਉੱਭਰ ਕੇ ਆਉਂਦੇ ਰਹਿੰਦੇ ਨੇ ਇੱਕ ਦੂਜੇ ਦੇ ਪ੍ਰਤੀ। ਜੇਕਰ ਇਹਨਾਂ ਵਿਚਾਰਾਂ ਨੂੰ ਦੂਰ ਕਰਕੇ ਨੇੜਤਾ ਬਣਦੀ ਹੈ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਸੂਬੇ ਦੀ ਬਿਹਤਰੀ ਲਈ ਦੇਖੋ ਦੋਨੋਂ ਮੁਖੀ ਗਿਣੇ ਜਾਂਦੇ ਨੇ ਸਾਡੇ ਸੂਬੇ ਦੇ, ਚਾਹੇ ਉਹ ਗਵਰਨਰ ਸਾਹਿਬ ਨੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ। ਸੂਬੇ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਰਾ ਕੁਝ ਕਰਨਾ ਪੈਂਦਾ। ਇਸ ਕਰਕੇ ਸਰਕਾਰ ਦੀਆਂ ਜੋ ਵੀ ਪ੍ਰਾਪਤੀਆਂ ਨੇ ਸੈਸ਼ਨ ਦੇ ਦੌਰਾਨ ਸਦਨ ਦੇ ਅੰਦਰ ਗਵਰਨਰ ਸਾਹਿਬ ਨੇ ਰੱਖਣੀ ਹੀ ਹੁੰਦੀਆਂ ਨੇ। ਮੁੱਖ ਮੰਤਰੀ ਨੇ ਜੋ ਉੱਥੇ ਟਿੱਪਣੀ ਕੀਤੀ ਹੈ ਉਹ ਸਹੀ ਟਾਈਮ ਤੇ ਸਹੀ ਟਿੱਪਣੀ ਮੰਨਦੇ ਹੋ ਤੁਸੀਂ? ਦੇਖੋ ਟਿੱਪਣੀ ਮੁੱਖ ਮੰਤਰੀ ਸਾਹਿਬ ਨੂੰ ਇਸ ਕਰਕੇ ਕਰਨੀ ਪਈ ਕਿਉਂਕਿ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੇ ਆਬਜੈਕਸ਼ਨ ਕੀਤਾ ਤਾਂ ਕੀ ਇਹ ਗੱਲ ਸਹੀ ਸੀ? ਮੈਂ ਤਾਂ ਇਸ ਗੱਲ ਨੂੰ ਬਿਲਕੁਲ ਵੀ ਸਹੀ ਨਹੀਂ ਮੰਨਦਾ, ਕਿਉਂਕਿ ਮੇਰੀ ਆਵਾਜ਼ ਆ ਰਹੀ ਹੈ? ਆ ਰਹੀ ਖੜਿਆ ਸਾਹਿਬ ਸੀਗੇ ਮਾਨਯੋਗ ਗਵਰਨਰ ਸਾਹਿਬ, ਤਾਂ ਉਸ ਨੂੰ ਕਾਊਂਟਰ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੇਰੀ ਸਰਕਾਰ ਨਾਲ ਸੰਬੋਧਨ ਕਰਨਗੇ ਮਾਨਯੋਗ ਗਵਰਨਰ ਸਾਹਿਬ। ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ, ਨਹੀਂ ਅਦਰਵਾਈਜ਼ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਸੀ ਪੈਣੀ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਕਾਂਗਰਸ ਕੋਲੇ ਮੁੜ ਤੋਂ ਜਾਵਾਂਗੇ। ਅਕਾਲੀ ਦਲ ਦਾ ਵੀ ਕਮੈਂਟ ਲੈਣਾ, ਭਾਸ਼ਣ ਤੇ ਕਮਸਾਨ ਕਿਉਂ? ਵਾਪਸ ਆ ਰਹੇ। ਮੁੜ ਤੋਂ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਵੱਡਾ ਸਵਾਲ ਅਸੀਂ ਪੁੱਛ ਰਹੇ ਬਜਟ ਇਜਲਾਸ ਦੇ ਆਗਾਜ਼ ਮੌਕੇ ਰਾਜਪਾਲ ਦੇ ਮੇਰੀ ਸਰਕਾਰ ਵਾਲੇ ਭਾਸ਼ਣ ਤੇ ਹੰਗਾਮੇ ਦੇ ਪਰਦੇ ਪਿੱਛੇ ਕੀ ਹੈ। ਅਸ਼ਵਨੀ ਸਿੰਘ ਖੜਿਆਲ, ਤੁਸੀਂ ਆਪਣਾ ਟੇਕ ਦੇ ਸਕਦੇ ਹੋ। ਮੈਨੂੰ ਲੱਗਦਾ ਹੁਣ ਤੁਹਾਡੀ ਆਵਾਜ਼ ਵੀ ਆ ਜਾਊਗੀ ਸਾਡੇ ਕੋਲੇ। ਬੋਲੋ ਜੀ, ਆਵਾਜ਼ ਆ ਰਹੀ ਹੈ ਕਿ? ਬਿਲਕੁਲ ਬੋਲੋ ਜੀ, ਧੰਨਵਾਦ। ਪਹਿਲਾਂ ਤਾਂ ਆਮ ਆਦਮੀ ਪਾਰਟੀ ਸਰਕਾਰ ਹਿੰਦੁਸਤਾਨ ਦੇ ਲੋਕਤੰਤਰ ਨੂੰ ਡੰਡਾ ਤੰਤਰ ਤੇ ਭੈ ਤੰਤਰ ਬਣਾਉਣ ਦੇ ਵਿੱਚ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ, ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਨੇ ਨਾਲੇ ਹੁਣੀ ਇੱਕ ਸੈਟਬੈਕ ਫੇਸ ਕੀਤਾ, ਸੁਪਰੀਮ ਕੋਰਟ ਦੇ ਵਿੱਚ ਗਏ। ਸੁਪਰੀਮ ਕੋਰਟ ਨੇ ਕੈਟੇਗੋਰੀਕਲੀ ਦੱਸਤਾ ਵੀ ਆਰਟੀਕਲ 167 ਦੇ ਵਿੱਚ ਤੁਸੀਂ ਡਿਊਟੀ ਬਾਉਂਡ ਹੋ ਟੂ ਗਿਵ ਆਨਸਰਸ ਜਿਹੜੇ ਗਵਰਨਰ ਸਾਹਿਬ ਮੰਗਦੇ ਆ। ਇਹ ਚੀਜ਼ ਕ੍ਰਿਸਟਲ ਕਲੀਅਰ ਹੋ ਗਈ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਜਵਾਬ ਨਹੀਂ ਦਿੱਤੇ। ਖੜਿਆਲ ਸਾਹਿਬ ਮੇਰਾ ਇੱਕ ਸਵਾਲ ਲੈ ਲਓ। ਖੜਿਆਲ ਸਾਹਿਬ ਜਿਹੜੇ ਆਰਟੀਕਲ ਤੁਸੀਂ ਜ਼ਿਕਰ ਕਰਦੇ ਹੋ, ਡਿਊਟੀ ਬਾਉਂਡ ਠੀਕ ਹੈ ਸ਼ਬਦ ਤੁਸੀਂ ਵਰਤਦੇ ਪਏ ਹੋ, ਪਰ ਇਨਫੋਰਮੇਸ਼ਨ ਦੇਣੀ, ਇਨਫੋਰਮੇਸ਼ਨ ਮੰਗਣੀ, ਉਹਨਾਂ ਦੀ ਜਾਣਕਾਰੀ ਦੇਣੀ, ਜਾਣਕਾਰੀ ਪ੍ਰਦਾਨ ਕਰਨੀ ਉਹ ਡਿਊਟੀ ਹੈ। ਪਰ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਥੋਪ ਤਾਂ ਨਹੀਂ ਸਕਦੇ ਨਾ ਵੀ ਸਰਕਾਰ ਇਹ ਦੱਸੇ ਮੈਨੂੰ। ਬਿਲਕੁਲ ਥੋਪ ਸਕਦੇ ਆ, ਕਿਉਂਕਿ ਆਨਰੇਬਲ ਸੁਪਰੀਮ ਕੋਰਟ ਨੇ ਇੱਥੇ ਡਿਸਪਿਊਟ ਇਹ ਸੀਗਾ। ਸਰਕਾਰ ਕਹਿੰਦੀ ਕਿ ਅਸੀਂ ਕਿਉਂ ਦਈਏ ਬਈ, ਸਾਡੀ ਸਰਕਾਰ ਹੈ। ਪਹਿਲਾਂ ਤਾਂ ਮੈਂ ਇੱਕ ਗੱਲ ਸਪਸ਼ਟ ਕਰਾਂ, ਜਿਹੜੇ ਸਵਾਲ ਗਵਰਨਰ ਸਾਹਿਬ ਨੇ ਆਮ ਆਦਮੀ ਪਾਰਟੀ ਨੂੰ ਪੁੱਛੇ ਹੈ ਉਹ ਪੰਜਾਬ ਦੇ ਲੋਕਾਂ ਦੇ ਸਵਾਲ ਹੈ, ਜ਼ਰੂਰੀ ਸਵਾਲ ਹੈ। ਆਮ ਆਦਮੀ ਪਾਰਟੀ ਨੂੰ ਭੱਜਣ ਦੀ ਲੋੜ ਹੀ ਨਹੀਂ, ਜਵਾਬ ਦੇ ਗੱਲ ਨਿਬੜ ਜਾਂਦੀ। ਫਿਰ ਵੀ ਸੁਪਰੀਮ ਕੋਰਟ ਗਏ, ਪੰਜਾਬ ਦੇ ਟੈਕਸਪੇਅਰ ਦਾ ਪੈਸਾ ਲੱਗਾ ਪ੍ਰਾਈਵੇਟ ਲਾਇਰ ਸਾਹਿਬ ਇੰਗੇਜ ਕਰਨ ਦੇ ਵਿੱਚ, ਕੋਈ ਨਹੀਂ।
ਚਲੋ ਲੇਕਿਨ ਨਹੀਂ ਖੜਿਆਲ ਸਾਹਿਬ ਆਪਾਂ ਖੜਿਆਲ ਸਾਹਿਬ ਤੁਸੀਂ ਮੈਂ ਜਵਾਬ ਦੇ ਦਿਓ ਖੜਿਆਲ ਸਾਹਿਬ ਤੁਹਾਨੂੰ ਮਨਾਹੀ ਨਹੀਂ ਖੜਿਆਲ ਸਾਹਿਬ ਜਵਾਬ ਦੇਣ ਤੋਂ ਕੋਈ ਮਨਾਹੀ ਨਹੀਂ ਖੜਿਆਲ ਕਰ ਲਓ ਖੜਿਆਲ ਸਾਹਿਬ ਪਰ ਤੁਸੀਂ ਬੈਕਗ੍ਰਾਉਂਡ ਤੇ ਜ਼ਿਆਦਾ ਜਾ ਰਹੇ ਹੋ ਅੱਜ ਦੀ ਤੁਸੀਂ ਗੱਲ ਹੀ ਨਹੀਂ ਕਰਦੇ ਪਏ ਤੁਸੀਂ ਵਾਕਆਊਟ ਕੀਤਾ ਚੰਗਾ ਕੀਤਾ ਤੁਸੀਂ ਸਵਾਲ ਪੁੱਛਿਆ ਕਿ ਨਹੀਂ ਮੈਨੂੰ ਪੁੱਛਿਆ 167 ਬਾਰੇ ਤੇ ਡਿਊਟੀ ਬਾਉਂਡ ਬਾਰੇ ਤੁਸੀਂ ਪੁੱਛਿਆ ਨਾ ਮੈਨੂੰ ਸਵਾਲ ਮੈਂ ਤਾਂ ਬਾਅਦ ਸਵਾਲ ਕਰ ਰਿਹਾ ਨਾ ਮੇਰਾ ਪਹਿਲਾ ਸਵਾਲ ਹੀ ਇਹ ਹੈ 167 ਦੇ ਵਿੱਚ ਦੇਖੋ ਜਿਆਦਾ ਕਿ ਜੀ ਮੈਨੂੰ ਸਵਾਲ ਕਰ ਦੋ ਤਾਂ ਜਵਾਬ ਲੈ ਲਿਆ ਕਰੋ ਜਾਂ ਸਵਾਲ ਨਾ ਕਰੋ ਮੈਂ ਸਵਾਲ ਕਰ ਰਿਹਾ ਨਾ ਉਹਦਾ ਜਵਾਬ ਦੇ ਦਿਓ ਮੈਂ ਸਵਾਲ ਕਰ ਰਿਹਾ ਜਿਹੜਾ ਉਹਦਾ ਜਵਾਬ ਦੇ ਦਿਓ ਤੁਸੀਂ ਜੀ ਮੈਂ ਤੁਹਾਡੇ ਪਹਿਲਾਂ ਵਾਲੇ ਸਵਾਲ ਦਾ ਜਵਾਬ ਪਹਿਲਾਂ ਦਊਂਗਾ ਦੇਖੋ ਸਵਾਲ ਕਰ ਦੋ ਤਾਂ ਜਵਾਬ ਲਿਆ ਕਰੋ ਬੋਲੋ ਵਾਕਆਊਟ ਕੀਤਾ ਤੁਸੀਂ ਠੀਕ ਕੀਤਾ ਪਹਿਲੀ ਗੱਲ 167 ਕਹਿੰਦਾ ਹੈ ਕਿ ਚੀਫ ਮਿਨਿਸਟਰ has to communicate to the governor of the state all decisions of the council of ministers to the administration of the affairs of the state ਹੁਣ ਜਦੋਂ ਕਲੀਅਰ ਹੋ ਗਿਆ ਤੇ ਆਮ ਆਦਮੀ ਪਾਰਟੀ ਜਵਾਬ ਦੇਵੇ ਵੀ ਕ੍ਰਾਈਟੇਰੀਆ ਕੀ ਸੀ ਪ੍ਰਿੰਸੀਪਲਸ ਨੂੰ ਸਿਲੈਕਟ ਕਰਨ ਦਾ ਕਿੰਨਾ ਪੈਸਾ ਖਰਚਾ ਗਿਆ ਹੁਣ ਦੂਜੀ ਗੱਲ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਇਹ ਆਦਤ ਹੈ ਕਿ ਅਸੀਂ ਕਿਉਂ ਜਵਾਬ ਦਈਏ ਜੀ ਸਾਡੀ ਤਾਂ ਸਰਕਾਰ ਹੈ ਸਰਕਾਰ ਭਾਵੇਂ ਬਟ ਫਿਰ ਵੀ ਤੁਸੀਂ ਐਸ ਪਰ ਕਨਸਟੀਟਿਊਸ਼ਨ ਗਵਰਨੈਂਸ ਕਰਨੀ ਹੈ ਤੇ ਇਹਨਾਂ ਨੇ ਕਰਪਸ਼ਨ ਹੈਲਪਲਾਈਨ ਦੀ ਗੱਲ ਕੀਤੀ ਜੀ ਕਰਪਸ਼ਨ ਹੈਲਪਲਾਈਨ ਸ਼ੁਰੂ ਕੀਤੀ ਹੈ ਕਰਪਸ਼ਨ ਹੈਲਪਲਾਈਨ ਤੇ ਖੜਿਆਲ ਸਾਹਿਬ ਆਪਾਂ ਫਿਰ ਹੋਰ ਪਾਸੇ ਜਾਈ ਜਾਂਦੇ ਆਪਾਂ ਡਿਬੇਟ ਡੀਰੀਅਲ ਕਰਦੇ ਪਏ ਮੇਰਾ ਸਿੱਧਾ ਸਵਾਲ ਹੈ ਤੁਸੀਂ ਵਾਕਆਊਟ ਕੀਤਾ ਜਾਇਜ਼ ਕੀਤਾ ਤੁਸੀਂ ਉਹਦੇ ਸੁਣਿਆ ਕਿਉਂ ਨਹੀਂ ਭਾਸ਼ਣ ਸੁਣਦੇ ਨਾ ਰਾਜਪਾਲ ਜੀ ਦਾ ਬਿਲਕੁਲ 100% ਲੋਕਤੰਤਰ ਕੀ ਹੁੰਦਾ ਹੈ ਮਤਲਬ ਕੀ ਹੁੰਦਾ ਲੋਕਤੰਤਰ ਦਾ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਇਹ ਹੁੰਦਾ ਲੋਕਤੰਤਰ ਨਹੀਂ ਲੋਕਾਂ ਦੀ ਪਾਵਰ ਖਤਮ ਹੈ ਆਪੋਜੀਸ਼ਨ ਕੀ ਹੁੰਦੀ ਹੈ ਮਾਊਥ ਪੀਸ ਆਫ ਦਾ ਪੀਪਲ ਤੇ ਜੇ ਅਸੀਂ ਨਹੀਂ ਸਵਾਲ ਪੁੱਛਾਂਗੇ ਤੇ ਆਮ ਆਦਮੀ ਪਾਰਟੀ ਜਵਾਬ ਨਹੀਂ ਦਊਗੀ ਤੇ ਅਸੀਂ ਚੁੱਪ ਕਰਕੇ ਬਹਿ ਜਾਈਏ ਜੀ ਲੋਕਾਂ ਦੇ ਸਵਾਲ ਤਾਂ ਮੈਂ ਨਹੀਂ ਰੱਖਦੇ ਸਾਡੀ ਸਿਰਫ ਇੰਨੀ ਗੱਲ ਕਹਿਣੀ ਹੈ ਆਮ ਆਦਮੀ ਪਾਰਟੀ ਪਹਿਲਾਂ ਤਾਂ ਇਹ ਦੱਸੇ 3 ਲੱਖ ਜਦੋਂ ਕੰਪਲੇਂਟਸ ਆ ਗਈਆਂ ਤੇ 100 ਤੋਂ ਘੱਟ ਦੇ ਵਿੱਚ ਐਕਸ਼ਨ ਕਿਉਂ 1% ਤੋਂ ਘੱਟ ਦਾ ਐਕਸ਼ਨ ਕਿਉਂ ਦੂਜਾ ਸਵਾਲ ਆਮ ਆਦਮੀ ਪਾਰਟੀ ਵਿਜੀਲੈਂਸ ਬਿਊਰੋ ਦੀ ਵੀ ਗੱਲ ਕਰ ਰਹੀ ਸੀ ਐਕਸ਼ਨ ਲਿਆ ਤੁਹਾਡੇ ਮਿਨਿਸਟਰ ਤੁਹਾਡੇ ਐਮਐਲਏ ਜਿਹੜੇ ਹਿਸਾਬ ਨਾਲ ਉਹਨਾਂ ਦੇ ਕੇਸ ਹੋ ਰਹੇ ਆ ਕਰਪਸ਼ਨ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ 5 ਸਾਲ ਤੱਕ ਸਰ ਅੱਜ ਆਪਣਾ ਖੜਿਆਲ ਸਾਹਿਬ ਅੱਜ ਆਪਣਾ ਇਹ ਵਿਸ਼ਾ ਨਹੀਂ ਹੈ ਅੱਜ ਇਹ ਵਿਸ਼ਾ ਨਹੀਂ ਹੈਗਾ ਇਹ ਮੈਂਸ਼ਨਡ ਹੈ ਨਾ ਗਲਤ ਕਹਿ ਰਹੇ ਹੋ ਵਿਜੀਲੈਂਸ ਦਾ ਸਰ ਮੈਂ ਗਵਰਨਰ ਸਾਹਿਬ ਤੇ ਜਿਹੜਾ ਮੁੱਖ ਵਿਰੋਧੀ ਧਿਰ ਹੈ ਉਹਨਾਂ ਦਾ ਜਿਹੜਾ ਇਸ਼ੂ ਹੈ ਮੈਂ ਉਹਦੀ ਗੱਲ ਕਰ ਰਿਹਾ ਮੈਂ ਕਰ ਲੂੰਗਾ ਨਾ ਇਸ਼ੂ ਦੀ ਗੱਲ ਕਰ ਲੂੰਗਾ ਗਵਰਨਰ ਸਾਹਿਬ ਨੇ ਮੈਂਸ਼ਨ ਕੀਤਾ ਕਿ ਨਹੀਂ ਕੀਤਾ ਵਿਜੀਲੈਂਸ ਬਿਊਰੋ ਬਾਰੇ ਤੁਸੀਂ ਇਹ 32 ਨੰਬਰ ਪੁਆਇੰਟ ਦਾ ਜਵਾਬ ਦਿਓ ਨਾ ਜਿੰਦੇ ਇਤਰਾਜ਼ ਜਤਾ ਰਹੇ ਹੋ ਤੁਸੀਂ ਇੱਕ ਸੈਕਿੰਡ ਮੈਂ ਇੱਥੇ ਲੋਕਾਂ ਦੇ ਸਵਾਲ ਦੇ ਵੀ ਜਵਾਬ ਦੇਣੇ ਹੈ ਅਸੀਂ ਆਪੋਜੀਸ਼ਨ ਹੈ ਵਿਜੀਲੈਂਸ ਦੀ ਗੱਲ ਗਵਰਨਰ ਸਾਹਿਬ ਨੇ ਕੀਤੀ ਹੈ ਸਰਕਾਰ ਦੀ ਗੱਲ ਕੀਤੀ ਹੈ ਤੇ ਵਿਜੀਲੈਂਸ ਦੇ ਮੈਂ ਬੋਲ ਰਿਹਾ ਤੇ ਤੀਜੀ ਗੱਲ ਸਕੂਲਸ ਆਫ ਐਕਸਲੈਂਸ ਦੀ ਗੱਲ ਹੋਈ ਆਮ ਆਦਮੀ ਪਾਰਟੀ ਸਕੂਲਸ ਆਫ ਐਕਸਲੈਂਸ ਦੀ ਗੱਲ ਕਰੂਗੀ ਜਦੋਂ ਰਿਪੋਰਟ ਆਈ ਵੀ ਪੰਜਾਬ ਦੇ ਸਕੂਲ ਨੰਬਰ 1 ਹੈ ਇਹਨਾਂ ਨੇ ਰਿਪੋਰਟ ਹੀ ਸਿਰੇ ਤੋਂ ਖਾਰਜ ਕਰਤੀ ਕਹਿੰਦੇ ਜੀ ਇਹ ਗਲਤ ਰਿਪੋਰਟ ਹੈ ਪੰਜਾਬ ਦੇ ਸਕੂਲਾਂ ਦਾ ਰੈਂਕ 1 ਥੋੜੀ ਹੈ ਇਹ ਆਮ ਆਦਮੀ ਪਾਰਟੀ ਦੀ ਅਸਲੀਅਤ ਫਿਰ ਅਸੀਂ ਇਹ ਸਵਾਲ ਪੁੱਛ ਲਿਆ ਵੀ ਹੁਣ ਤਾਂ ਨਹੀਂ ਲੜਾਈ ਹੋਊਗੀ ਸਰਕਾਰ ਦੇ ਵਿੱਚ ਤੇ ਗਵਰਨਰ ਸਾਹਿਬ ਦੇ ਵਿੱਚ ਗਲਤ ਕਰ ਲਿਆ ਪਹਿਲਾਂ ਪੰਜਾਬ ਨੇ ਸਬਰ ਕੀਤਾ ਪੰਜਾਬ ਦੇ ਫਿਊਚਰ ਨੇ ਪੰਜਾਬ ਦੇ ਲੋਕਾਂ ਨੇ ਸਾਡਾ ਟਾਈਮ ਸਾਡੀ એનર્ਜੀ ਸਾਡਾ ਪੈਸਾ ਖਰਾਬ ਹੋਇਆ ਤੇ ਅਸੀਂ ਸਵਾਲ ਪੁੱਛਦੇ ਅਸੀਂ ਤਾਂ ਨਹੀਂ ਚਲੋ ਇਹ ਤੁਸੀਂ ਹੁਣ ਪੁਆਇੰਟ ਤੇ ਆਏ ਹੋ ਇਹੀ ਸਵਾਲ ਸੀ ਮੇਰਾ ਮਿਸਟਰ ਪੁੱਲਰ ਧੰਨਵਾਦ ਮਿਸਟਰ ਪੁੱਲਰ ਜੋ ਆਪੋਜੀਸ਼ਨ ਨੇ ਅੱਜ ਕੀਤਾ ਮੁੱਖ ਵਿਰੋਧੀ ਕਾਂਗਰਸ ਨੇ ਅਕਾਲੀ ਦਲ ਨੂੰ ਚੰਗਾ ਲੱਗਿਆ ਵੀ ਇਦਾਂ ਹੀ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਆਵਾਜ਼ ਉਹ ਕਹਿੰਦੇ ਅਸੀਂ ਪੀਪਲ ਦੇ ਮਾਊਥ ਪੀਸ ਹੈ ਕੇਪੀ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਕਾਂਗਰਸ ਨੇ ਜੋ ਕੀਤਾ ਕਾਂਗਰਸ ਦੀ ਆਪਣੀ ਉਹ ਇੱਛਾ ਸੀ ਜਿਸ ਤਰੀਕੇ ਨਾਲ ਵੀ ਕਰ ਲਿਆ ਉਹਨਾਂ ਨੇ ਲੇਕਿਨ ਮੈਂ ਅੱਜ ਇੱਕ ਗੱਲ ਕਹੂੰਗਾ ਕਿ ਸ਼ੁਕਰ ਹੈ ਅੱਜ ਚੰਦ ਜੀ ਦੇ ਮੂੰਹ ਦੇ ਵਿੱਚੋਂ ਦੀ ਇਹ ਗੱਲ ਸੁਣਨ ਨੂੰ ਮਿਲੀ ਕਿ ਉਹਨਾਂ ਨੇ ਘੱਟੋ ਘੱਟ ਇਹ ਐਕਸੈਪਟ ਕੀਤਾ ਵੀ ਹਾਂ ਗਵਰਨਰ ਜਿਹੜਾ ਹੈਗਾ ਉਹ ਸਰਕਾਰ ਹੈ ਬਿਲਕੁਲ ਨਾਲ ਮਿਲ ਕੇ ਚੱਲਣਾ ਪਊਗਾ ਅੱਜ ਇਹ ਚੀਜ਼ ਐਕਸੈਪਟ ਕੀਤੀ ਉਹਨਾਂ ਨੇ ਘੱਟੋ ਘੱਟ ਨਹੀਂ ਤੇ ਇਹ ਕਹਿੰਦੇ ਨੇ ਵੀ ਹੂ ਇਜ਼ ਗਵਰਨਰ ਇਹਨਾਂ ਦੇ ਮੁੱਖ ਮੰਤਰੀ ਵੀ ਕਹਿੰਦੇ ਕੌਣ ਹੁੰਦਾ ਗਵਰਨਰ ਇਹਨਾਂ ਦੇ ਜਿਹੜੇ ਕਰਤਾ ਧਰਤਾ ਨੇ ਕੇਜਰੀਵਾਲ ਜੀ ਉਹ ਵੀ ਕਹਿੰਦੇ ਕੌਣ ਹੁੰਦਾ ਗਵਰਨਰ ਹੂ ਇਜ਼ ਐਸੀ ਮੈਂ ਸਰਕਾਰ ਹੈ ਮੇਰੀ ਸਰਕਾਰ ਹੈ ਅੱਜ ਘੱਟੋ ਘੱਟ ਸੁਪਰੀਮ ਕੋਰਟ ਦਾ ਡੰਡਾ ਪੈਣ ਤੋਂ ਬਾਅਦ ਐਕਸੈਪਟ ਤੇ ਕਰ ਲੈਣਾ ਨੇ ਕਿ ਗਵਰਨਰ ਜਿਹੜਾ ਹੈਗਾ ਗਵਰਨ ਕਰਦਾ ਹੈ ਸਟੇਟ ਨੂੰ ਗਵਰਨਰ ਕੁਝ ਤਾਕਤ ਰੱਖਦਾ ਇੱਥੇ ਕਿਸੇ ਵੀ ਸਟੇਟ ਦੇ ਵਿੱਚ ਇਹ ਐਕਸੈਪਟ ਤੇ ਕੀਤਾ ਪਰ ਫਿਰ ਵੀ ਅਜੇ ਵੀ ਸੁਪਰੀਮ ਕੋਰਟ ਜਿਹੜੇ ਆਰਡਰ ਹੈਗੇ ਆ ਉਹਨਾਂ ਨੂੰ ਕਿਤਨਾ ਕਿਤੇ ਇਹ ਅੱਖੋਂ ਪਰੋਲੇ ਕਰਕੇ ਭੁੱਲਰ ਸਾਹਿਬ ਇੱਕ ਸਵਾਲ ਕਰ ਲਵਾਂ ਭੁੱਲਰ ਸਾਹਿਬ ਇੱਕ ਸਵਾਲ ਕਰ ਲਾਂ ਭੁੱਲਰ ਸਾਹਿਬ ਤੁਹਾਨੂੰ ਸਾਰੀ ਆਪੋਜੀਸ਼ਨ ਨੂੰ ਇਹ ਕਿਉਂ ਲੱਗਦਾ ਕਿ ਡੰਡਾ ਸਰਕਾਰ ਦਾ ਹੀ ਪਿਆ ਕਿਉਂ ਲੱਗਦਾ ਨਹੀਂ ਮੈਨੂੰ ਲੱਗਦਾ ਹੈ ਕਿ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਲੱਗਦਾ ਹੈ ਜਾਂ ਤੁਹਾਨੂੰ ਲੱਗਦਾ ਹੋਏਗਾ ਵੀ ਡੰਡਾ ਨਹੀਂ ਪਿਆ ਜੇ ਡੰਡਾ ਨਾ ਨਹੀਂ ਮੈਂ ਤਾਂ ਇਹ ਪੁੱਛ ਰਿਹਾ ਵੀ ਕੱਲਾ ਸਰਕਾਰ ਦੇ ਹੀ ਪਿਆ ਤੁਹਾਨੂੰ ਇਹ ਕਿਉਂ ਲੱਗਦਾ ਭਗਵੰਤ ਮਾਨ ਜੀ ਅੱਜ ਗਵਰਨਰ ਸਾਹਿਬ ਨੂੰ ਉੱਥੇ ਹਾਊਸ ਬੁਲਾਉਂਦੇ ਵੀ ਨਾ ਇਹ ਹਾਲਾਤ ਨੇ ਜੇ ਡੰਡਾ ਨਾ ਪਿਆ ਹੁੰਦਾ ਇਹ ਹੋਈ ਭਗਵੰਤ ਮਾਨ ਜੀ ਨੇ ਕਿ ਰਾਸ਼ਟਰਪਤੀ ਜਿਹੜੇ ਨੇ ਫਸਟ ਟਾਈਮ ਚੰਡੀਗੜ੍ਹ ਦੇ ਵਿੱਚ ਆਏ ਔਰ ਐਜ਼ ਏ ਸੀਐਮ ਉੱਥੇ ਨਹੀਂ ਗਏ ਕਮਾਲ ਕਰਦੇ ਹੋ ਤੁਸੀਂ
ਰਾਜਧਾਨੀ ਚਾਈਨਾ ਦੇ ਘਰ ਤੋਂ 4 ਕਿਲੋਮੀਟਰ ਜਿਹੜੇ 2 ਕਿਲੋਮੀਟਰ ਦੇ ਉੱਤੇ ਆਏ ਸੀਗੇ ਰਾਸ਼ਟਰਪਤੀ, ਔਰ ਉੱਥੇ ਇਹਨਾਂ ਨੇ ਜਾਣਾ ਮਾਜਬ ਨਹੀਂ ਸਮਝਿਆ। ਇਹ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਪਾਰਟੀ ਹੈ, ਔਰ ਡੰਡਾ ਨਾ ਪੈਂਦਾ ਤੇ ਇਹਨਾਂ ਨੇ ਸੁਧਰਨਾ ਨਹੀਂ ਸੀਗਾ। ਇਹ ਸੁਪਰੀਮ ਕੋਰਟ ਦਾ ਡੰਡਾ ਪਿਆ ਤਾਂ ਜਿਹਨਾਂ ਐਕਸੈਪਟ ਕੀਤਾ ਵੀ ਹਾਂ ਗਵਰਨਰ ਜਿਹੜਾ ਚਲੋ, ਹੈ ਉਹ ਮੰਨਣਾ ਪਊਗਾ, ਠੀਕ। ਔਰ ਐਜ਼ ਏ ਗਵਰਨਰ ਜਿਹੜੀ ਪਾਵਰ ਹੈ ਉਹ ਮੰਨਣੀ ਪਊਗੀ। ਚਲੋ। ਇਹ ਅਦਰਵਾਈਜ਼ ਨਹੀਂ ਹੋਣਾ ਸੀਗਾ। ਠੀਕ ਹੈ। ਹਾਂ ਰਮਨ ਚਾਂਦੀ ਹੁਣ ਬੋਲੋ ਮੈਂ ਤੁਸੀਂ। ਕਹਿੰਦਾ ਵੀ ਚੰਗੀ ਗੱਲ ਹੈ ਹਾਂ। ਅੱਜ ਇਹਨਾਂ ਨੇ ਐਕਸੈਪਟ ਕਰ ਲਿਆ। ਇਹ ਸਰਕਾਰ ਥੋੜੇ ਦਿਨ ਚੱਲ ਜੂਗੀ, ਨਹੀਂ ਤੇ ਸਰਕਾਰ ਚੱਲਦੀ ਨਾ। ਫਿਰ ਜੋ ਹਾਲਾਤ ਸੀਗੇ ਮੈਨੂੰ ਇਹ ਲੱਗਦਾ ਤੁਸੀਂ ਤਾਂ ਚਾਹੁੰਦੇ ਸਰਕਾਰ ਡਿੱਗ ਜਾਵੇ। ਪਤਾ ਨਹੀਂ ਕਿਉਂ ਆਪੋਜੀਸ਼ਨ ਕਿਉਂ ਇਹ ਗੱਲਾਂ ਕਰੀ ਜਾਂਦੀ ਹੈ। ਸਰਕਾਰ ਦੀਆਂ ਕਰਤੂਤਾਂ ਹੀ ਇਹੋ ਜਿਹੀਆਂ ਨੇ। ਅਸੀਂ ਤਾਂ ਚਾਹੁੰਦੇ ਆ, ਕਹਿੰਦਾ ਭਾਰ ਆਪਣੇ ਡਿੱਗ ਜਾਣਗੇ, ਅਸੀਂ ਕਰਨਾ। ਚਲੋ ਰਮਨ ਚਾਂਦੀ ਠੀਕ ਹੈ। ਭੁੱਲਰ ਸਾਹਿਬ ਠੀਕ। ਛੱਡਣ ਦੀ ਲੋੜ ਨਹੀਂ ਹੈ, ਇਹ ਆਪਣੇ ਭਾਰ ਨਹੀਂ ਡਿੱਗ ਜਾਣੇ। ਚਲੋ ਰਮਨ ਚਾਂਦੀ ਸਾਰੀ ਆਪੋਜੀਸ਼ਨ ਇੱਕ ਪਾਸੇ ਖੜੀ ਹੈ। ਰਮਨ ਚਾਂਦੀ ਕੇਪੀ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਮੈਂ ਅੱਜ ਨਹੀਂ, ਜਿੱਦਣ ਤੋਂ ਡਿਬੇਟਾਂ ਪੰਜਾਬ ਸਰਕਾਰ ਔਰ ਗਵਰਨਰ ਦੇ ਨਾਂ ਤੇ ਚੱਲ ਰਹੀਆਂ, ਮੈਂ ਹਮੇਸ਼ਾ ਹੀ ਇਹ ਕਹਿਣਾ, ਮੇਰੀਆਂ ਪਿਛਲੀਆਂ ਡਿਬੇਟਾਂ ਚੱਕ ਕੇ ਦੇਖ ਲਓ, ਕਿਉਂਕਿ ਦੇਖੋ ਜਿਹੜੇ ਸਤਿਕਾਰਤ ਨੇ ਉਹ ਸਤਿਕਾਰ ਤੇ ਰਹਿਣੇ ਨੇ, ਲੇਕਿਨ ਠੀਕ ਹੈ ਕਿ ਪੂਰੀ ਕਮਿਊਨੀਕੇਸ਼ਨ ਦੇ ਨਾਲ ਚੱਲਣਾ ਪੈਂਦਾ। ਇਹਨਾਂ ਨੂੰ ਸ਼ਾਇਦ ਇਹ ਹੋ ਗਿਆ ਕਿ ਜੇਕਰ ਅਸੀਂ ਸਤਿਕਾਰ ਨਾਲ ਪੂਰੇ ਤਰੀਕੇ ਨਾਲ ਬੋਲੀਏ ਇਹਨਾਂ ਨੂੰ ਤਾਂ ਵੀ ਤਕਲੀਫ ਹੈ, ਜੇ ਅਸੀਂ ਕਾਊਂਟਰ ਅਟੈਕ ਕਰ ਦਈਏ ਤਾਂ ਇਹਨਾਂ ਨੂੰ ਤਾਂ ਵੀ ਤਕਲੀਫ ਹੈ। ਇਸ ਕਰਕੇ ਇਹਨਾਂ ਨੂੰ ਬਲੇਮ ਗੇਮ ਖੇਡਣੀ ਹੈ। ਰਮਨ ਚਾਂਦੀ ਮੇਰਾ ਇੱਕ ਸਵਾਲ ਲੈ ਲਓ। ਇੱਕ ਮਿੰਟ ਭੁੱਲਰ ਸਾਹਿਬ ਇੱਕ ਮਿੰਟ। ਰਮਨ ਚਾਂਦੀ ਤੁਸੀਂ ਆਪਣੀ ਗੱਲ ਰੱਖੋ, ਮੈਨੂੰ ਕੋਈ ਦਿੱਕਤ ਨਹੀਂ। ਰਮਨ ਚਾਂਦੀ ਮੇਰਾ ਸਵਾਲ ਇਹ ਹੈ, ਜੇ ਗਵਰਨਰ ਸਾਹਿਬ ਨੇ ਤੁਹਾਡੇ ਕੋਲ ਇਨਫੋਰਮੇਸ਼ਨ ਮੰਗੀ ਆ, ਸੰਵਿਧਾਨ ਵਿੱਚ ਲਿਖਿਆ ਹੋਇਆ ਤੇ ਇਨਫੋਰਮੇਸ਼ਨ ਉਹਨਾਂ ਨਾਲ ਸ਼ੇਅਰ ਕਰਨੀ ਹੈ, ਤੁਸੀਂ ਇਹ ਪੰਗਾ ਪਾਇਆ ਹੀ ਕਿਉਂ? ਦੇਖੋ ਕੇਪੀ ਜੀ ਗੱਲ ਨੂੰ ਸਮਝਣਾ ਪਊਗਾ। ਕਦੇ ਵੀ ਗਵਰਨਰ ਹਾਊਸ ਨੂੰ ਜਾਂ ਗਵਰਨਰ ਸਾਹਿਬ ਨੂੰ ਕਦੇ ਵੀ ਇਹ ਨਹੀਂ ਕਿਹਾ ਗਿਆ ਇਸ ਰੌਲੇ ਤੋਂ ਪਹਿਲਾਂ ਕਿ ਅਸੀਂ ਡਿਟੇਲ ਕੋਈ ਨਹੀਂ ਦੇਣੀ। ਪਹਿਲਾਂ ਵੀ ਜਾਂਦੀਆਂ ਨੇ, ਸਾਲ ਦੇ ਕਰੀਬ ਹੋ ਚੱਲਿਆ ਜੀ ਸਰਕਾਰ ਬਣੀ ਨੂੰ, ਇਹ ਹੁਣੇ 1 ਮਹੀਨੇ ਤੋਂ ਕਿਉਂ ਉੱਠੀਆਂ? ਦੇਖੋ ਗਵਰਨਰ ਸਾਹਿਬ ਵੀ ਗਵਰਨਰ ਹਾਊਸ ਨੂੰ ਰਾਜਨੀਤੀ ਦਾ ਅੱਡਾ ਬਣਾ ਕੇ ਚੱਲ ਰਹੇ ਸੀ। ਉਹ ਵੀ ਜੇਕਰ ਪਿੱਛੋਂ ਕੋਈ ਸੰਕੇਤ ਆਉਂਦਾ ਸੀ, ਕਿਉਂਕਿ ਸਿਆਸਤ ਹੈ। ਇੱਕ ਐਗਜ਼ਾਮਪਲ ਦਊਂਗਾ ਮੈਂ, ਅੱਜ ਬੀਜੇਪੀ ਨੇ ਜਲੰਧਰ 'ਚ ਧਰਨਾ ਲਾਇਆ, ਇਹਨੂੰ ਆਪਾਂ ਫੋਰ ਐਗਜ਼ਾਮਪਲ ਹੀ ਸਿਆਸਤ ਕਿਉਂ ਕਹਾਂਗੇ? ਕਿਉਂਕਿ ਅਪ੍ਰੈਲ ਦੇ ਅੰਤ ਤੱਕ ਆਪਣੇ ਉੱਥੇ ਜਿਹੜੀ ਆਪਣੇ ਚੋਣ ਹੋਣ ਵਾਲੀ ਹੈ ਉੱਥੇ। ਇਸੇ ਕਰਕੇ ਜਿਹੜੀ ਰਾਜਨੀਤੀ ਖੇਡ ਰਹੇ ਨੇ ਆਪਣੇ ਪੈਰ ਪਸਾਰਨ ਲਈ, ਉਸੇ ਕਰਕੇ ਮਾਨ ਸਾਹਿਬ ਨੇ ਰੋਕਿਆ ਸੀ ਕਿ ਤੁਹਾਨੂੰ ਬਾਰਡਰ ਏਰੀਆ 'ਚ ਜਾਣ ਦੀ ਸਾਨੂੰ ਕੋਈ ਦਿੱਕਤ ਨਹੀਂ ਹੈ, ਲੇਕਿਨ ਜਿਹੜਾ ਤੁਸੀਂ ਮੀਡੀਆ 'ਚ ਆ ਕੇ ਐਜ਼ ਏ ਪੋਲੀਟੀਕਲ ਪਰਸਨ ਆਪਣੇ ਆਪ ਨੂੰ ਸ਼ੋਅ ਕਰਦੇ ਹੋ ਪੰਜਾਬ ਦੇ ਮੁੱਦਿਆਂ ਦੇ ਉੱਤੇ। ਰਮਨ ਚਾਂਦੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਸਵਾਲ ਜਵਾਬ ਕਰਨ ਦੀ, ਸਿਰਫ ਆਪਣੇ ਰਮਨ ਚਾਂਦੀ ਉਸ ਚੀਜ਼ ਨਾਲ ਇਹ ਜਵਾਬ ਦਿੱਤਾ ਜਾਂਦਾ ਜਿਸ ਤਰ੍ਹਾਂ ਉਹ ਕੁਐਸਚਨ ਕਰਦੇ। ਰਮਨ ਚਾਂਦੀ ਤੁਸੀਂ ਕਹਿ ਰਹੇ ਹੋ ਕਿ ਮੀਡੀਆ ਵਿੱਚ ਆ ਕੇ, ਤੁਹਾਨੂੰ ਯਾਦ ਹੋਊਗਾ ਪਹਿਲੀ ਪ੍ਰੈਸ ਕਾਨਫਰੰਸ ਇਕੱਠਿਆਂ ਨਹੀਂ ਕੀਤੀ ਸੀ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਨੇ ਜੀ। ਉਹ ਇਕੱਠੇ ਆ ਕੇ ਕੀ ਮੋਟਿਵ ਸੀ ਉਦੋਂ ਮੀਡੀਆ ਸਾਹਮਣੇ ਆਉਣ ਦਾ? ਦੇਖੋ ਮੋਟਿਵ ਇਹ ਹੈ, ਦੇਖੋ ਜਦੋਂ ਪੰਜਾਬ ਦੇ ਮੁਖੀ ਦੋਨੋਂ ਬੈਠੇ ਨੇ ਉਹ ਇੱਕ ਅਲੱਗ ਵਿਸ਼ਾ ਬਣ ਜਾਂਦਾ ਉਦੋਂ, ਕਿਉਂਕਿ ਮੁੱਖ ਮੰਤਰੀ ਸਾਹਿਬ ਨਾਲ ਬੈਠੇ ਨੇ। ਜਦੋਂ ਇੰਡੀਵਿਜੂਅਲੀ ਓਨਲੀ ਇਕੱਲੇ ਗਵਰਨਰ ਸਾਹਿਬ ਜਾਣਗੇ, ਗਵਰਨਰ ਇਜ਼ ਅ ਨੋਮੀਨਲ ਹੈਡ ਨਾਟ ਅ ਇਲੈਕਟਡ ਹੈਡ। ਤੋਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ ਔਰ ਸਮਝਾਉਣਾ ਪਏਗਾ ਪੰਜਾਬ ਦੇ ਲੋਕਾਂ ਨੂੰ ਕਿ ਅਸਲ ਪਰਦੇ ਪਿੱਛੇ ਦਿੱਕਤ ਕਿਸ ਗੱਲ ਦੀ ਸੀਗੀ ਪੰਜਾਬ ਸਰਕਾਰ ਨੂੰ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਦੇ ਨਾਲ ਬੀਜੇਪੀ ਹੈ ਜਿਹੜੇ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ ਪੰਜਾਬ ਦੇ ਅੰਦਰ। ਰੌਲਾ ਸਿਆਸਤ ਦਾ, ਰੌਲਾ ਕੁਰਸੀ ਦਾ। ਬੀਜੇਪੀ ਕਿੱਥੋਂ ਪੈਰ ਪਸਾਰ ਲੂਗੀ? ਬੀਜੇਪੀ ਕੋਲੇ ਕਿੰਨੇ ਐਮਐਲਏ ਆ? ਕਿਉਂ ਇਹ ਗੱਲਾਂ ਕਰਦੇ ਰਮਨ ਚਾਂਦੀ? 92 ਐਮਐਲਏ ਸਰਕਾਰ ਹੈ, ਤੁਸੀਂ ਕਿਉਂ ਇੰਨਾ ਘਬਰਾਈ ਜਾਂਦੇ ਹੋ? ਨਹੀਂ ਘਬਰਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈ। ਆਮ ਆਦਮੀ ਪਾਰਟੀ ਇੱਕ ਮਿੰਟ, ਸਿੰਧਾ ਕਮਲ ਜੀ ਆ ਰਹੇ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ। ਬ੍ਰੇਕ। ਦੇਖੋ ਇਹਨਾਂ ਨੂੰ ਇਹ ਵੀ ਤਕਲੀਫ ਹੈ ਕਿ ਅੱਜ ਮਾਨਯੋਗ ਗਵਰਨਰ ਸਾਹਿਬ ਨੇ ਜੇ ਅੱਜ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਦਿੱਤੀਆਂ ਤਾਂ ਕਿਉਂ? ਕਿਉਂਕਿ ਅਸੀਂ 1 ਸਾਲ ਤੋਂ ਰੌਲਾ ਪਾ ਰਹੇ ਹਾਂ। ਚਲੋ ਠੀਕ ਸਾਹਿਬ ਦਾ ਵੀ ਫਰਜ਼ ਬਣਦਾ ਕਿ ਮਾਨ ਸਾਹਿਬ ਨੇ ਜੋ ਪੰਜਾਬ 'ਚ ਕੀਤਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਦਨ ਦੇ ਰਾਹੀਂ। ਚਲੋ ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਭਾਸ਼ਣ ਤੇ ਕਮਸਾਨ ਕਿਉਂ ਆ? ਭਾਸ਼ਣ ਵਿੱਚ ਇਹੋ ਜਿਹੀਆਂ ਕਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ, ਕਿਹੜੀਆਂ ਪ੍ਰਾਪਤੀਆਂ ਦੱਸੀਆਂ ਸਰਕਾਰ ਦੀਆਂ ਜਿਹਦੇ ਵਿਰੋਧੀ ਧਿਰਾਂ ਭੜਕੀਆਂ ਹੋਈਆਂ? ਵਾਪਸ ਆ ਰਿਹਾ ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਬਜਟ ਇਜਲਾਸ ਦੇ ਆਗਾਜ਼ ਮੌਕੇ ਰਾਜਪਾਲ ਤੇ ਮੇਰੀ ਸਰਕਾਰ ਵਾਲੇ ਭਾਸ਼ਣ ਤੇ ਹੰਗਾਮੇ ਦੇ ਪਰਦੇ ਪਿੱਛੇ ਕੀ ਹੈ? ਹਾਂ ਡਾਕਟਰ ਸਿੰਧਾ ਕਮਲ ਬੋਲੋ, ਕੀ ਕਹਿਣਾ ਚਾਹ ਰਹੇ ਹੋ?
ਚਾਂਦੀ ਜੀ ਨੇ ਇੱਕ ਗੱਲ ਬੜੀ ਮਤਲਬ ਸ਼ਰਮਨਾਕ ਕੀਤੀ ਆ ਕਿ ਇਹਨਾਂ ਨੇ ਜਦੋਂ ਰਾਜਪਾਲ ਜੀ ਆਉਂਦੇ ਨੇ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹਨਾਂ ਨੇ ਇੱਕ ਗੱਲ ਕੀਤੀ ਆ ਕਿ ਉਹਨਾਂ ਨੇ ਆਪਣਾ ਜਿਹੜਾ ਉੱਥੇ ਸਦਨ ਸੀ ਉਹਨੂੰ ਰਾਜਨੀਤੀ ਦਾ ਅੱਡਾ ਬਣਾ ਕੇ ਰੱਖਿਆ। ਮੇਰੇ ਖਿਆਲ ਦੇ ਵਿੱਚ ਹਰ ਇੱਕ ਇਲੀਗਲ ਤੇ ਅਸੰਵਿਧਾਨਿਕ ਭਾਸ਼ਾ ਜਿਹੜੀ ਆ ਉਹ ਬੋਲਣੀ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਆ, ਜਿਹੜੀ ਕਿ ਇਹਨਾਂ ਨੂੰ ਸਮਝਣ ਤੇ ਵਿਚਾਰ ਕੇ ਬੋਲਣਾ ਚਾਹੀਦਾ ਵਾ ਕਿ ਕਿਹੜੇ ਮਾਨਯੋਗ ਸ਼ਬਦ ਜਿਹੜੇ ਨੇ ਮਾਨਯੋਗ ਅਹੁਦਿਆਂ ਦੇ ਲਈ ਵਰਤਣੇ ਚਾਹੀਦੇ ਆ। ਰਾਜਨੀਤੀ ਦੇ ਅੱਡੇ ਦਾ ਤੁਹਾਡਾ ਕੀ ਮਤਲਬ ਹੈ? ਕੀ ਤੁਸੀਂ ਇਹਨੂੰ ਕੋਈ ਜਿਸਮ ਫਰੋਸ਼ੀ ਦਾ ਅੱਡਾ ਮੰਨਦੇ ਹੋ ਕਿ ਤੁਸੀਂ ਇਹਨਾਂ ਨੂੰ ਰਾਜਨੀਤੀ ਦਾ ਅੱਡਾ ਕਹਿ ਕੇ ਸੰਬੋਧਨ ਕਰਦੇ ਹੋ? ਮੈਨੂੰ ਲੱਗਦਾ ਸਾਨੂੰ ਇਹਨਾਂ ਸ਼ਬਦਾਂ ਤੋਂ ਗਰੇਜ ਕਰਨਾ ਚਾਹੀਦਾ, ਗਰੇਜ ਕਰਨਾ ਚਾਹੀਦਾ। ਡਾਕਟਰ ਸੰਜੇ ਕਮਲ, ਮੈਂ ਬਹੁਤ ਸਨਮਾਨਿਤ ਹੋ ਤੁਸੀਂ ਸਾਰੇ, ਬਹੁਤ ਸਨਮਾਨਿਤ ਹੋ ਤੁਸੀਂ। ਰਮਨ ਚਾਂਦੀ ਇੱਕ ਮਿੰਟ ਡਾਕਟਰ ਸੰਜੇ ਕਮਲ, ਮੈਨੂੰ ਲੱਗਦਾ ਸਾਨੂੰ ਇਹਨਾਂ ਸ਼ਬਦਾਂ ਤੋਂ ਗਰੇਜ ਕਰਨਾ ਚਾਹੀਦਾ। ਡਾਕਟਰ ਸੰਜੇ ਕਮਲ, ਆਪਾਂ ਕਿਹੜੀ ਗੱਲ ਨੂੰ ਕਿੱਥੇ ਜਾ ਕੇ ਮਿਲਾਤਾ? ਡਾਕਟਰ ਸੰਜੇ ਕਮਲ ਇੱਕ ਮਿੰਟ ਗੱਲ ਤਾਂ ਸੁਣ ਲਓ। ਡਾਕਟਰ ਸੰਜੇ ਕਮਲ ਗੱਲ ਤਾਂ ਸੁਣ ਲਓ। ਇੱਕ ਮਿੰਟ ਰਮਨ ਚਾਂਦੀ ਇੱਕ ਮਿੰਟ। ਡਾਕਟਰ ਸੰਜੇ ਕਮਲ ਇੱਕ ਮਿੰਟ ਗੱਲ ਤਾਂ ਸੁਣ ਲਓ। ਡਾਕਟਰ ਸੰਜੇ ਕਮਲ, ਜਿਹੜੀ ਗੱਲ ਉਹਨਾਂ ਨੇ ਕਹੀ ਹੈ, ਤੁਹਾਨੂੰ ਜੇ ਸ਼ਬਦ ਤੇ ਇਤਰਾਜ਼ ਹੈ, ਤੁਸੀਂ ਕਿੱਥੇ ਜਾ ਕੇ ਮਿਲਾਤਾ? ਮੈਂ ਤਾਂ ਸ਼ਬਦ ਬੋਲ ਵੀ ਨਹੀਂ ਸਕਦਾ, ਤੁਹਾਨੂੰ ਵੀ ਚੰਗਾ ਨਹੀਂ ਲੱਗਦਾ, ਤੁਸੀਂ ਉਹ ਸ਼ਬਦ ਨਾ ਵਰਤੋ। ਮੈਨੂੰ ਲੱਗਦਾ ਤੁਸੀਂ ਰਾਜਪਾਲ ਦੇ ਕੰਮਾਂ ਨੂੰ ਰਾਜਨੀਤੀ ਦਾ ਅੱਡਾ ਕਹਿ ਕੇ ਵੀ ਤੁਸੀਂ ਕਿੱਦਾਂ ਸੰਬੋਧਨ ਕਰ ਸਕਦੇ ਹੋ? ਫਿਰ ਆਪਾਂ ਨੂੰ ਕਿੱਥੇ ਲਿਜਾ ਰਹੇ ਆ? ਡਾਕਟਰ ਸਿੰਘ ਕਮਲ, ਆਪਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ। ਮੇਰੀ ਗੁਜ਼ਾਰਿਸ਼ ਹੈ, ਤੁਸੀਂ ਸਾਰੇ ਬੜੇ ਸਨਮਾਨਿਤ ਹੋ, ਮੇਰੀ ਗੁਜ਼ਾਰਿਸ਼ ਹੈ। ਦੇਖੋ ਇੱਕ ਗੱਲ ਦੇਖੋ, ਇੱਕ ਮਿੰਟ ਕੇਪੀ ਜੀ, ਜੇਕਰ ਤੁਸੀਂ ਡੈਮੋਕ੍ਰੇਸੀ ਦੀ ਰਿਸਪੈਕਟ ਨਹੀਂ ਕਰ ਸਕਦੇ, ਜੇਕਰ ਤੁਸੀਂ ਸੰਵਿਧਾਨਿਕ ਪਾਵਰ ਦੀ ਰਿਸਪੈਕਟ ਨਹੀਂ ਕਰ ਸਕਦੇ, ਕਿਉਂਕਿ ਦੇਖੋ ਗਵਰਨਰ ਇਜ਼ ਅ ਸੰਵਿਧਾਨਿਕ ਪੋਸਟ, ਔਰ ਇੱਕ ਪਾਸੇ ਅਸੀਂ ਕਹਿੰਦੇ ਆ ਅਸੀਂ ਸੰਵਿਧਾਨ ਨੂੰ ਅਸੀਂ ਰਿਸਪੈਕਟ ਕਰਦੇ ਆ, ਫਿਰ ਅਸੀਂ ਸੰਵਿਧਾਨਿਕ ਪੋਸਟ ਦੀਆਂ ਧੱਜੀਆਂ ਡਾਉਂਦੇ ਆ, ਫਿਰ ਉਸ ਸੰਵਿਧਾਨਿਕ ਪਦ ਦੇ ਉੱਤੇ ਬੈਠੇ ਹੋਏ ਇਨਸਾਨ ਨੂੰ ਅਸੀਂ ਕਹਿੰਦੇ ਰਾਜਨੀਤੀ ਦਾ ਅੱਡਾ ਬਣਾ ਕੇ ਰੱਖ ਦਿੱਤਾ। ਠੀਕ ਹੈ ਡਾਕਟਰ ਸਿੰਘ ਕਮਲ, ਜੁਬੇ ਦਾ ਅੱਡਾ, ਤੁਸੀਂ ਅੱਡਾ ਸ਼ਬਦ ਕਿੰਨਾ ਚੀਜ਼ਾਂ ਦੇ ਲਈ ਵਰਤਦੇ? ਚਲੋ ਠੀਕ ਹੈ। ਜੇਕਰ ਉਹਨਾਂ ਸੰਵਿਧਾਨਿਕ ਭਾਸ਼ਾਵਾਂ ਦੇ ਸ਼ਬਦ ਨਹੀਂ ਵਰਤਨੇ ਆਉਂਦੇ ਤਾਂ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ, ਫਿਰ ਸਰਕਾਰ ਚਲਾਉਂਦਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਆ। ਮਿਸਟਰ ਪੁੱਲਰ ਠੀਕ ਇਲੀਗਲ ਥਿੰਗ। ਚਲੋ ਹਾਂ ਮਿਸਟਰ ਪੁੱਲਰ ਬੋਲੋ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮੈਂ ਇਸ ਗੱਲ ਤੋਂ ਸਹਿਮਤ ਹਾਂ ਕਮਲ ਜੀ ਦੀ ਗੱਲ ਨਾਲ ਕਿ ਬੋਲਣ ਦਾ ਤੇ ਇੱਕ ਲੈਵਲ ਹੀ ਨਹੀਂ ਹੈਗਾ। ਆਪਾਂ ਕਿਹਦੇ ਬਾਰੇ ਕਿਹੜੀ ਗੱਲ ਕਰ ਰਹੇ ਹੈਗੇ ਆ, ਇੰਨਾ ਕੁ ਲੈਵਲ ਡਾਊਨ ਹੈ ਇਸ ਪਾਰਟੀ ਦਾ। ਇਹਨਾਂ ਦੇ ਜਿਹੜੇ ਪਾਰਟੀ ਹੈਡ ਨੇ ਉਹ ਕਿਸੇ ਨੂੰ ਚੋਰ ਦੱਸ ਦਿੰਦੇ ਆ, ਕਿ ਸ਼ਿਕਾਇਤ ਦੱਸ ਦਿੰਦੇ ਆ, ਔਰ ਸਦਨ ਦੇ ਵਿੱਚ ਖੜੇ ਹੋ ਕੇ ਜਿਸ ਤਰੀਕੇ ਨਾਲ ਐਲਜੀ ਵਾਸਤੇ ਉਹਨਾਂ ਨੇ ਲੈਂਗੁਏਜ ਯੂਜ਼ ਕੀਤੀ ਸੀਗੀ, ਉਹ ਕਿਸੇ ਤੋਂ ਭੁੱਲੀ ਨਹੀਂ ਹੋਈ, ਛੁਪੀ ਨਹੀਂ ਹੋਈ। ਤੇ ਉਹੀ ਚੀਜ਼ ਜਿਹੜੇ ਅੱਗੇ ਪ੍ਰਵਕਤਾ ਨੇ ਉਸੇ ਚੀਜ਼ ਨੂੰ ਅਡਾਪਟ ਕਰਦੇ ਨੇ ਵੀ ਤੁਸੀਂ ਬਾਕੀ ਜਨਤਾ ਨੂੰ ਤੇ ਚੋਰ ਕਹੀ ਜੋ, ਲੁਟੇਰੇ ਕਹੀ ਜੋ, ਸਭ ਕੁਝ ਕਹੀ ਜੋ, ਔਰ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿ ਕੇ ਪ੍ਰੋਜੈਕਟ ਕਰੀ ਜੋ ਤੁਸੀਂ। ਇਹ ਹਾਲਾਤ ਹੈ, ਇਹ ਹਰ ਕਿਸੇ ਨੂੰ ਜਿਹੜਾ ਹੈਗਾ ਇੰਨੇ ਇਨਸਿਕਿਉਰਿਟੀ ਹੈਗੀ ਇਹਨਾਂ ਨੂੰ ਕਿ ਹਰ ਕਿਸੇ ਨੂੰ ਬਲੇਮ ਕਰਨ ਲੱਗੇ 1 ਮਿੰਟ ਲਾਉਂਦੇ ਆ, ਔਰ ਭੱਜਣ ਲੱਗੇ ਵੀ 1 ਮਿੰਟ ਲਾਉਂਦੇ, ਯੂ ਟਰਨ ਲੈਣ। ਚਲੋ ਭੁੱਲਰ ਸਾਹਿਬ ਮੈਨੂੰ ਸਵਾਲ ਦਾ ਜਵਾਬ ਦਿਓ। ਭੁੱਲਰ ਸਾਹਿਬ ਮੈਨੂੰ ਸਵਾਲ ਦਾ ਜਵਾਬ ਦਿਓ। ਭੁੱਲਰ ਸਾਹਿਬ, ਕਿ ਗਵਰਨਰ ਸਾਹਿਬ ਨੇ ਪੰਜਾਬ ਦੇ ਵਿੱਚ ਰਾਜਨੀਤੀ ਕੀਤੀ ਹੈ, ਉਹ ਦੱਸੋ ਮੈਨੂੰ। ਬਿਲਕੁਲ ਨਹੀਂ। ਜਿਸ ਤਰੀਕੇ ਨਾਲ ਇਹਨਾਂ ਦੇ ਜਿਹੜੇ ਮੁਖੀ ਨੇ ਪੰਜਾਬ ਦੇ ਵਿੱਚ, ਜਿਹੜੇ ਅੱਜ ਸਰਕਾਰ ਚਲਾ ਰਹੇ ਨੇ, ਜਿਹੜੇ ਹੋਮ ਮਿਨਿਸਟਰ ਵੀ ਨੇ, ਜਿਹੜੇ ਮੁੱਖ ਮੰਤਰੀ ਵੀ ਨੇ, ਉਹਨਾਂ ਨੂੰ ਬਾਕੀ ਪੰਜਾਬ ਨੂੰ ਛੱਡ ਕੇ ਬਾਕੀ ਜਗ੍ਹਾ ਟੂਰਿਜ਼ਮ ਤੋਂ ਵੇਲ ਹੀ ਨਹੀਂ ਹੈਗਾ। ਜਿੱਥੇ ਕੇਜਰੀਵਾਲ ਕਹਿੰਦਾ ਹੈਲੀਕਾਪਟਰ ਲੈ ਕੇ ਉਸੇ ਤੁਰ ਜਾਂਦੇ ਆ, ਉਹ ਤੇ ਉਹਨਾਂ ਦੇ ਡਰਾਈਵਰ ਬਣ ਕੇ ਤੁਰੇ ਫਿਰਦੇ ਆ ਵੀ ਹਾਂਜੀ ਚਲੋ ਜੀ ਅੱਜ ਗੁਜਰਾਤ ਚੱਲੋ, ਕਰਨਾਟਕਾ ਚੱਲੋ। ਪੰਜਾਬ 'ਚ ਧਿਆਨ ਦੇਣਗੇ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋ ਰਹੀ ਹੈ, ਰੋਜ਼ ਡਰੋਨ ਆ ਰਹੇ ਨੇ, ਰੋਜ਼ ਡਕੈਤੀਆਂ ਹੋ ਰਹੀਆਂ, ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ, ਰੋਜ਼ ਕਤਲ ਹੋ ਰਹੇ ਨੇ, ਕਿਹਦੀਆਂ ਉਂਗਲਾਂ ਵੱਡੀਆਂ ਜਾ ਰਹੀਆਂ, ਕਿਹਦੇ ਗੁੱਟ ਵੱਡੇ ਜਾ ਰਹੇ ਨੇ, ਤੇ ਰਾਜਪਾਲ ਤੇ ਇੰਟਰਫੇਅਰ ਕਰੇਗਾ ਹੀ। ਉਹਦਾ ਮਤਲਬ ਕੀ ਹੁੰਦਾ? ਗਵਰਨਰ ਦਾ ਮਤਲਬ ਕੀ ਹੈ? ਕਰਨਾ ਸਟੇਟ ਨੂੰ ਗਵਰਨਰ ਕਰੇਗਾ ਹੀ, ਫਿਰ ਆ ਕੇ ਉਹ ਇੰਟਰਫੇਅਰ ਕਰੇਗਾ ਹੀ। ਤੇ ਜੇ ਤੁਸੀਂ ਉਹ ਸਪੇਸ ਦੋਗੇ ਤੇ ਦੂਸਰਾ ਇੰਟਰ ਕਰੂਗਾ ਹੀ ਕਰੂਗਾ। ਚਲੋ ਠੀਕ ਹੈ, ਸਭ ਆਪਣੀ ਸਟੇਟ ਨੂੰ ਕਿਉਂ ਦੀ ਤੁਰੇ ਫਿਰਦੇ ਬਾਹਰ ਇੱਧਰ। ਠੀਕ ਹੈ ਭੁੱਲਰ ਸਾਹਿਬ ਠੀਕ ਹੈ। ਰਮਨ ਚਾਂਦੀ ਇੱਕ ਮਿੰਟ, ਡਾਕਟਰ ਸਿੰਘ ਕਮਲ ਇੱਕ ਮਿੰਟ ਰੁਕ ਜਾਓ ਹੁਣ ਪਲੀਜ਼। ਰਮਨ ਚਾਂਦੀ, ਕੀ ਤੁਸੀਂ ਉਹ ਆਪਦੇ ਸ਼ਬਦ ਵਾਪਸ ਲੈਣਾ ਚਾਹੁੰਦੇ ਹੋ? ਰਮਨ ਚਾਂਦੀ, ਦੇਖੋ ਕੇਪੀ ਜੀ, ਪੰਜਾਬੀ ਚ ਆਪਾਂ ਕਹਿ ਦਿੰਦੇ ਆ ਰਾਜਨੀਤੀ ਦਾ ਅੱਡਾ, ਉਹਨੂੰ ਜੇ ਆਪਾਂ ਇੰਗਲਿਸ਼ ਚ ਕਹਿ ਦਿੰਦੇ ਕਿ ਪੋਲੀਟੀਕਲ ਹੱਬ, ਇਹਦੇ ਵਿੱਚ ਕੋਈ ਵੀ ਇਹੋ ਜਿਹੀ ਅਨਕਥਨੀ ਨਹੀਂ ਕਹੀ ਗਈ ਹੈ। ਇਹ ਮੈਂ ਤਾਂ ਕਹਿੰਦਾ ਕਿ ਪੋਲੀਟੀਕਲ ਹੱਬ ਇਜ਼ ਨਾਟ ਐਪਰੋਪਰੀਏਟ ਵਰਡ ਫॉर ਦ ਸਦਨ। ਇੱਕ ਮਿੰਟ ਵਿੱਚ ਨਹੀਂ ਟੋਕਦਾ, ਦੈਟ ਵਰਡ ਇਜ਼ ਨਾਟ ਐਪਰੋਪਰੀਏਟ ਫॉर ਦ ਰਾਜਪਾਲ ਸਾਹਿਬ। ਇਹਨਾਂ ਨੇ ਉਹਨੂੰ ਮਿਲਾਇਆ, ਉਹ ਸ਼ਬਦ ਮੈਨੂੰ ਸੁਣ ਕੇ ਹੈਰਾਨ ਹੋ ਕੇ ਉਹਨਾਂ ਨੂੰ ਜਵਾਬ ਦੇਣ ਦਾ ਮੌਕਾ ਤਾਂ ਦਿਓ ਨਾ, ਜਵਾਬ ਤਾਂ ਦੇਣ ਦਿਓ ਨਾ। ਮੈਂ ਤੁਹਾਡਾ ਸਵਾਲ ਹੀ ਲੈ ਰਿਹਾ, ਜਵਾਬ ਤਾਂ ਦੇਣ ਦਿਓ ਨਾ। ਅੱਜ ਆਮ ਆਦਮੀ ਪਾਰਟੀ ਨੂੰ ਕਿੱਥੋਂ ਦੇਖਦਾ? ਮੇਰੀ ਇੱਕ ਗੱਲ ਸੁਣੋ,
ਅਕਾਲੀ ਦਲ ਦੇ ਪ੍ਰਵਕਤਾ ਨੂੰ ਮੈਂ ਕਹਿੰਦਾ ਇੱਕ ਮਿੰਟ ਡਾਕਟਰ ਸਿੰਘ ਦਾ ਸੁਣ ਤਾਂ ਲਈਏ ਨਾ, ਆਪਾਂ ਸੁਣ ਤਾਂ ਲਈਏ ਪਲੀਜ਼। ਤੁਹਾਡੇ ਸਾਬਕਾ ਐਮਐਲਏ ਸੀਨੀਅਰ ਸਪੋਕਸਪਰਸਨ ਨਿਊਜ਼ 18 ਤੇ ਪਰਸੋਂ ਇਹ ਐਡਮਿਟ ਕਰਦੇ ਨੇ ਜਦੋਂ ਇੱਕ ਜੈਨੂਅਲ ਡਿਬੇਟ ਚੱਲਦੀ ਹੁੰਦੀ ਹੈ ਕਿ ਵਾਕਈ ਵੀ ਇੱਥੇ ਗਵਰਨਰ ਸਾਹਿਬ ਦੀ ਵੀ ਗਲਤੀ ਸੀ, ਉਹਨਾਂ ਨੂੰ ਮੀਡੀਆ ਦੇ ਵਿੱਚ ਆ ਕੇ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਪੋਲੀਟੀਕਲ ਹੱਬ ਨਹੀਂ ਬਣਾਉਣੀ ਗੱਲਾਂ ਕਰਨੀਆਂ ਚਾਹੀਦੀਆਂ ਐਜ਼ ਗਵਰਨਰ ਹੋ। ਠੀਕ ਹੈ ਰਮਨ ਚਾਂਦੀ ਰੁਕ ਜਾਓ, ਹੁਣ ਰਮਨ ਚਾਂਦੀ ਰੁਕ ਜਾਓ, ਰਮਨ ਚਾਂਦੀ ਇੱਕ ਮਿੰਟ ਭੁੱਲਰ ਸਾਹਿਬ ਡਾਕਟਰ ਕਮਲ ਇੱਕ ਮਿੰਟ ਰੁਕ ਜਾਓ, ਇੱਕ ਮਿੰਟ ਪਲੀਜ਼ ਰੁਕ ਜਾਓ, ਮੈਨੂੰ ਕਾਂਗਰਸ ਤੋਂ ਸਵਾਲ ਲੈਣਾ ਹੈ, ਇੱਕ ਮਿੰਟ ਪਲੀਜ਼ ਭੁੱਲਰ ਸਾਹਿਬ। ਰਮਨ ਚਾਂਦੀ ਇੱਕ ਮਿੰਟ ਰੁਕ ਜਾਓ, ਰਮਨ ਚਾਂਦੀ ਰੁਕ ਜਾਓ, ਰਮਨ ਚਾਂਦੀ ਰੁਕ ਜਾਓ ਨਾ, ਰਮਨ ਚਾਂਦੀ ਰੁਕ ਜਾਓ, ਰਮਨ ਚਾਂਦੀ ਪਲੀਜ਼ ਸਟਾਪ। ਇੱਕ ਮਿੰਟ ਮਿਸਟਰ ਭੁੱਲਰ ਆ ਰਿਹਾ, ਮੈਂ ਖੜਿਆਲ ਸਾਹਿਬ ਗਵਰਨਰ ਸਾਹਿਬ ਨੇ ਕੋਈ ਪੋਲਿਟਿਕਸ ਕੀਤੀ? ਕੇਪੀ ਜੀ ਮੈਨੂੰ ਵਿੱਚ ਗੱਲ ਦਾ ਜਿਹੜਾ ਨਾ ਜਿਹਨਾਂ ਗੱਲ ਕੀਤੀ ਹੈ ਉਹਦਾ ਆਪਣਾ ਜਵਾਬ ਦੇ ਲੈਣ ਦਿਓ। ਇੱਕ ਮਿੰਟ ਭੁੱਲਰ ਸਾਹਿਬ ਆ ਜਾਣਾ, ਮੈਂ ਆ ਜਾਣਾ ਤੁਹਾਡੇ ਕੋਲ ਬ੍ਰੇਕ ਤੋਂ ਬਾਅਦ ਆ ਜਾਣਾ। ਖੜਿਆਲ ਸਾਹਿਬ ਮੈਨੂੰ 1 ਮਿੰਟ ਦੇ ਲੈਣ ਦਿਓ ਜਵਾਬ ਤੁਸੀਂ। ਇੱਕ ਮਿੰਟ ਭੁੱਲਰ ਸਾਹਿਬ, ਇੱਕ ਮਿੰਟ ਪਲੀਜ਼, ਭੁੱਲਰ ਸਾਹਿਬ ਇੱਕ ਮਿੰਟ ਪਲੀਜ਼। ਖੜਿਆਲ ਸਾਹਿਬ ਮੈਂ ਆ ਰਿਹਾ, ਭੁੱਲਰ ਸਾਹਿਬ ਤੁਹਾਡੇ ਕੋਲ ਹੀ ਆਉਂਗਾ ਸਰ, ਤੁਹਾਡੇ ਕੋਲ ਹੀ ਆਉਂਗਾ, ਚਿੰਤਾ ਨਾ ਕਰੋ। ਜਵਾਬ ਦੇ ਲੈਣ ਦਿਓ, ਮੈਂ ਮੌਕਾ ਦਊਂਗਾ ਤੁਹਾਨੂੰ ਭੁੱਲਰ ਸਾਹਿਬ ਮੌਕਾ ਦਊਂਗਾ, ਆਪਾਂ ਟਾਈਮ ਵੇਸਟ ਕਰ ਰਹੇ ਹਾਂ। ਹਾਂ ਮਿਸਟਰ ਖੜਿਆਲ, ਗਵਰਨਰ ਸਾਹਿਬ ਰਾਜਨੀਤੀ ਕਰ ਰਹੇ ਕੋਈ? ਦੇਖੋ ਗਵਰਨਰ ਸਾਹਿਬ ਤੇ ਸਰਕਾਰ ਦੋਵਾਂ ਕਰਕੇ ਪੰਜਾਬ ਨੇ ਬਹੁਤ ਸਫਰ ਆਲਰੇਡੀ ਕਰ ਲਿਆ। ਅਸੀਂ ਚਾਹੁੰਦੇ ਹਾਂ ਕਿ ਦੋਵੇਂ ਮੇਕ ਸ਼ੋਰ ਕਰਨ ਕਿ ਪੰਜਾਬ ਨੂੰ ਪ੍ਰਾਇੋਰਟੀ ਬਣਾਇਆ ਜਾਵੇ, ਜੋ ਹਜੇ ਤੱਕ ਬਣਾਇਆ ਨਹੀਂ ਗਿਆ। ਪ੍ਰੋਬਲਮ ਇਹ ਹੈ ਕਿ ਜਦੋਂ ਤੱਕ ਪਿਛਲਾ ਚੈਪਟਰ ਕਲੋਜ਼ ਨਹੀਂ ਹੋਊਗਾ ਉਹਨਾਂ ਚਿਰ ਨਵਾਂ ਚੈਪਟਰ ਨਹੀਂ ਸ਼ੁਰੂ ਹੋ ਸਕਦਾ। ਪਿਛਲੇ ਚੈਪਟਰ ਦੇ ਜਿਹੜੇ ਸਵਾਲ ਹੈ ਆਮ ਆਦਮੀ ਪਾਰਟੀ ਨੂੰ ਦੇਣੇ ਪੈਣਗੇ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਆਮ ਆਦਮੀ ਪਾਰਟੀ ਜਿਹੜਾ ਗੱਲ ਕਰੀ ਵੀ ਰਿਗਾਰਡ ਹੋਣਾ ਚਾਹੀਦਾ ਹੈ, ਹੋਣਾ ਚਾਹੀਦਾ ਹੈ, ਤੁਹਾਨੂੰ ਯਾਦ ਹੋ ਕੇਪੀ ਜੀ ਥੋੜੇ ਦਿਨ ਪਹਿਲਾਂ 1-2 ਦਿਨ ਪਹਿਲਾਂ ਦੀ ਗੱਲ ਹੈ, ਆਪ ਦੇ ਬੁਲਾਰੇ ਨੇ ਇਹੀ ਡਿਬੇਟ ਦੇ ਵਿੱਚ ਇਹੀ ਪਲੇਟਫਾਰਮ ਤੇ ਕਿਹਾ ਸੀ ਗਵਰਨਰ ਹੋਣੇ ਨਹੀਂ ਚਾਹੀਦੇ, ਪ੍ਰੈਜ਼ੀਡੈਂਟ ਨਹੀਂ ਹੋਣਾ ਚਾਹੀਦਾ। ਇਹ ਇਹਨਾਂ ਦੀ ਇਹ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਕਹਿ ਰਹੇ ਜੋ ਮਾਊਥਪੀਸ ਪਾਰਟੀ ਦੇ ਹੁੰਦੇ ਆ, ਮਤਲਬ ਸਟੈਂਡ ਹੈ ਇਹਨਾਂ ਦਾ। ਤੇ ਹੁਣ ਮੈਨੂੰ ਦੱਸੋ ਕਿ ਇਹ ਸਿਚੁਏਸ਼ਨ ਪੰਜਾਬ ਲਈ ਚੰਗੀ ਹੈ? ਇਹ ਕਿਹੜੀ ਜੀ ਸਰਕਾਰ ਹੈ ਕੋਈ ਚੀਜ਼ ਬਿਆਨ ਦੇ ਰਹੀ ਹੈ? ਕਿਉਂਕਿ ਜਿਹੜੇ ਲਾਅ ਬਣਦੇ ਹੈ ਜਿੰਨਾ ਚਿਰ ਗਵਰਨਰ ਲਾਅ ਤੇ ਉਹ ਸਾਈਨ ਨਹੀਂ ਕਰਨਗੇ ਬਿੱਲ ਤੇ ਕਾਨੂੰਨ ਨਹੀਂ ਬਣੂਗਾ ਸਟੇਟ ਅਸੈਂਬਲੀ ਦੇ ਵਿੱਚ। ਜਿੰਨਾ ਚਿਰ ਰਾਸ਼ਟਰਪਤੀ ਨਹੀਂ ਕਰਨਗੇ ਪਾਰਲੀਮੈਂਟ ਦਾ ਬਿੱਲ ਲਾਅ ਨਹੀਂ ਬਣੂਗਾ। ਚਲੋ ਮੈਂ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਹਾਂ ਮੈਂ ਬ੍ਰੇਕ ਤੋਂ ਵਾਪਸ ਹੋਣਾ ਭੁੱਲਰ ਸਾਹਿਬ ਕੋਲ ਵੀ ਜਾਣਾ। ਇੱਕ ਛੋਟਾ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਬੜਾ ਸਵਾਲ ਤੁਹਾਡੇ ਸਾਹਮਣੇ ਪਿਆ, ਬਜਟ ਇਜਲਾਸ ਦੇ ਆਗਾਜ਼ ਮੌਕੇ ਰਾਜਪਾਲ ਦੇ ਮੇਰੀ ਸਰਕਾਰ ਵਾਲੇ ਭਾਸ਼ਣ ਤੇ ਹੰਗਾਮੇ ਦੇ ਪਰਦੇ ਪਿੱਛੇ ਕੀ ਹੈ? ਹਾਂਜੀ ਭੁੱਲਰ ਸਾਹਿਬ ਬੋਲੋ। ਇਸ ਤਰ੍ਹਾਂ ਹੈ ਕਿ ਜਿਹੜੀ ਗੱਲ ਚਾਂਦੀ ਜੀ ਕਹਿੰਦੇ ਵੀ ਅਸੀਂ ਕਿਹਾ ਸੀ ਰਾਜਨੀਤੀ ਜਿਹੜੀ ਹੈ ਉੱਥੇ ਹੋ ਰਹੀ ਹੈ ਗਵਰਨਰ ਹਾਊਸ ਦੇ ਵਿੱਚ, ਉਹ ਇਸ ਕਰਕੇ ਕਿਹਾ ਸੀ ਜਦੋਂ ਵਿਕਰਮ ਮਜੀਠੀਆ ਜੀ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਕਾਂਗਰਸ ਦੇ ਕੁਝ ਲੋਕਾਂ ਵੱਲੋਂ, ਜੱਜ ਸੁਰਿੰਦਰ ਰੰਧਾਵਾ ਜਾਂ ਚੰਨੀ ਜਾਂ ਬਾਕੀ ਲੋਕ ਇਨਵੋਲਵ ਸੀਗੇ, ਉਹ ਮੀਟਿੰਗ ਰਾਜਪਾਲ ਦੇ ਉੱਥੇ ਹੋਈ ਸੀ। ਉਸ ਜਗ੍ਹਾ ਦੇ ਉੱਤੇ ਅਫਸਰ ਬੁਲਾਏ ਗਏ, ਉੱਥੇ ਬਹਿ ਕੇ ਮੀਟਿੰਗ ਕੀਤੀ ਗਈ, ਫਿਰ ਉਹ ਪਰਚਾ ਦਰਜ ਕੀਤਾ ਗਿਆ। ਇਸ ਕਰਕੇ ਅਸੀਂ ਕਿਹਾ ਸੀ ਉੱਥੇ ਰਾਜਨੀਤੀ ਹੋ ਰਹੀ ਹੈ। ਰਾਜਨੀਤੀ ਇਹ ਨਹੀਂ ਹੈ ਵੀ ਅਗਰ ਗਵਰਨਰ ਉੱਥੇ ਬਾਰਡਰ ਦੇ ਉੱਤੇ ਜਿਹੜਾ ਜਾ ਕੇ ਚੈੱਕ ਕਰਨ ਚਲੇ ਗਏ, ਬਾਰਡਰ ਤੇ ਅੱਜ ਤੁਸੀਂ 50 ਕਿਲੋਮੀਟਰ ਜਿਹੜਾ BSF ਨੂੰ ਦਿੱਤਾ ਹੋਇਆ। ਦੂਜੀ ਗੱਲ, ਗਵਰਨਰ ਸਾਹਿਬ ਨੇ ਇੱਕ ਜਾਣੇ ਨੂੰ ਚੰਡੀਗੜ੍ਹ ਦੇ ਚੌਕ ਅਫਸਰ ਨੂੰ ਛੇਕਿਆ ਕਿਉਂਕਿ ਉਹ ਕਿ ਮਾਮਲੇ ਵਿੱਚ ਇਨਵੋਲਵ ਸੀਗਾ, ਉਹ ਚ ਕਰਪਸ਼ਨ ਦੇ ਮਾਮਲੇ ਸੀਗੇ, ਦੂਜੇ ਮਾਮਲੇ ਵੀ ਸੀਗੇ। ਜਿਹੜੀ ਇਹ ਕੱਟੜ ਇਮਾਨਦਾਰ ਸਰਕਾਰ ਹੈ ਉਹਨੂੰ ਚਾਹੇ ਕਮਿਸ਼ਨਰ ਲਾਤਾ, ਨਾਲੇ ਪ੍ਰਮੋਟ ਵੀ ਕਰਤਾ। ਉਹਦਾ ਸਵਾਲ ਵੀ ਜਿਹੜਾ ਗਵਰਨਰ ਸਾਹਿਬ ਨੇ ਪੁੱਛਿਆ, ਆਬਜੈਕਸ਼ਨ ਕੀਤਾ, ਉਹਦਾ ਜਵਾਬ ਇਹਨਾਂ ਨੇ ਨਹੀਂ ਦਿੱਤਾ ਅਜੇ ਤੱਕ। ਕਿਉਂਕਿ ਪ੍ਰੋਬਲਮ ਇੱਥੋਂ ਦੀ ਹੈ ਵੀ ਅਗਰ ਗਵਰਨਰ ਸਾਹਿਬ ਨੇ ਕੋਈ ਚੀਜ਼ ਪੁੱਛੀ ਹੈ ਵੀ ਆਹ ਨਹੀਂ ਹੋਣੀ ਚਾਹੀਦੀ ਸੀ, ਮੈਂ ਤੇ ਕੋਈ ਸਟੈਪ ਲਿਆ ਸੀਗਾ, ਤੁਹਾਨੂੰ ਉਸ ਅਫਸਰ ਨੂੰ ਨਹੀਂ ਲਾਉਣਾ ਚਾਹੀਦਾ ਸੀਗਾ, ਤੇ ਉਹ ਇਹ ਆਕੜ ਕੇ ਕਹਿੰਦੇ ਆ ਕਿ ਨਹੀਂ ਗਵਰਨਰ ਹੁੰਦਾ ਕੌਣ ਹੈ? ਪੁਲਿਸ ਐਲਜੀ ਇੱਕ ਪੁੱਛ ਹੀ ਨਹੀਂ ਸਕਦਾ ਸਾਨੂੰ, ਇਹ ਕਿੱਥੋਂ ਆ ਗਿਆ, ਇਹਨੂੰ ਮੰਨਦੇ ਹੀ ਨਹੀਂ। ਇਸ ਕਰਕੇ ਇਹ ਇਸ ਨੂੰ ਮੰਨ ਲੈਣ, ਸਰਕਾਰ ਜਿੱਦਣ ਬਣਾਈ ਹੈ ਸੌ ਉਸੇ ਗਵਰਨਰ ਨੇ ਚੁਕਾਈ ਹੈ। ਚਲੋ ਠੀਕ ਹੈ, ਸਰਕਾਰ ਨਾ ਬਣਾ ਸਕਦੇ। ਚਲੋ ਰਮਨ ਚਾਂਦੀ ਇੱਕ ਮਿੰਟ ਮੈਂ ਆ ਰਿਹਾ, ਮਿਸਟਰ ਕਡਿਆਲ ਡਾਕਟਰ ਸਿੰਘ ਕਮਲ ਆ ਰਿਹਾ। ਰਮਨ ਚਾਂਦੀ ਇਹ ਜਵਾਬ ਤੁਸੀਂ ਦੇਣੇ ਆ ਜਾਂ ਨਹੀਂ ਦੇਣੇ? ਸਰ ਕੱਲੀ ਚੀਜ਼ ਦਾ ਜਵਾਬ ਦੇ ਵੀ ਰਹੇ ਆ, ਉਹ ਦਿੰਦੇ ਵੀ ਆ। ਨਹੀਂ ਮੇਰਾ ਬੜਾ ਰਮਨ ਚਾਂਦੀ ਮੈਂ ਇੰਟਰਪਟ ਨਹੀਂ ਕਰਨਾ ਚਾਹੁੰਦਾ ਤੁਹਾਨੂੰ, ਮੇਰਾ ਬੜਾ ਸਿੱਧਾ ਸਵਾਲ ਹੁੰਦਾ ਰਮਨ ਚਾਂਦੀ, ਮੈਂ ਗੋਲਮੋਲ ਸਵਾਲ ਨਾ ਮੈਨੂੰ ਆਉਂਦਾ ਤੇ ਨਾ ਮੇਰੇ ਤੋਂ ਹੁੰਦਾ। ਰਮਨ ਚਾਂਦੀ ਬੜਾ ਸਪਸ਼ਟ ਸਵਾਲ ਹੈ, ਤੁਸੀਂ ਗਵਰਨਰ ਸਾਹਿਬ ਦੇ ਸਵਾਲਾਂ ਦੇ ਜਵਾਬ ਗਵਰਨਰ ਸਾਹਿਬ ਨੂੰ ਦੇਣੇ ਹੈ ਜਾਂ ਪਬਲਿਕ ਪਲੇਟਫਾਰਮ ਤੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਜਵਾਬ ਦੇ ਦੋਗੇ ਸਾਰੇ ਸਵਾਲਾਂ ਦੇ? ਦੱਸੋ, ਆਪਸ਼ਨ ਹੈ ਦੋ ਤੁਹਾਡੇ। ਬਿਲਕੁਲ ਜੋ ਸੰਵਿਧਾਨ ਕਹਿੰਦਾ ਉਸ ਦੇ ਤਹਿਤ ਗਵਰਨਰ ਹਾਊਸ ਨੂੰ ਪੰਜਾਬ ਸਰਕਾਰ ਵੱਲੋਂ
ਕੱਲੀ ਕੱਲੀ ਚੀਜ਼ ਦਾ ਜਵਾਬ ਦਿੱਤਾ ਜਾਊਗਾ। ਜਿਹੜੇ ਰਹਿ ਗਏ ਨੇ ਇਹ 'ਚ ਕੋਈ ਅਟਕਤਨੀ ਨਹੀਂ ਹੈ ਕਿ ਉਹਨਾਂ ਨੂੰ ਹੁਣ ਜੋ ਕੁਝ ਪਹਿਲਾਂ ਬੀਤ ਚੁੱਕਿਆ ਕਿ ਉਸ ਤਰ੍ਹਾਂ ਹੀ ਹੋਏਗਾ। ਸੋ ਇਸ ਕਰਕੇ ਹਮੇਸ਼ਾ ਤਾੜੀ ਦੇਖੋ, ਜੇ ਆਪਾਂ ਪਿਓਰ ਬਿਲਕੁਲ ਸਹੀ ਗੱਲ ਕਰੀਏ, ਹਮੇਸ਼ਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜੇ ਵਿਚਾਰਕ ਮਤਭੇਦ ਪੈਦਾ ਹੋ ਗਏ ਸੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਪੰਜਾਬ ਦੇ ਹਿੱਤਾਂ ਦੇ ਲਈ। ਔਰ ਲੇਕਿਨ ਵਿਰੋਧੀ ਪਾਰਟੀਆਂ ਅੱਜ ਇਹ ਵੀ ਨਹੀਂ ਚਾਹੁੰਦੀਆਂ ਕਿ ਇਹ ਮਤਭੇਦ ਬਣੇ ਰਹਿਣ ਤਾਂ ਕਿ ਸਾਡਾ ਉੱਲੂ ਸਿੱਧਾ ਹੋਵੇ ਸਿਆਸੀ ਤੌਰ ਤੇ। ਇੱਕ ਮਿੰਟ ਭੁੱਲਰ ਸਾਹਿਬ, ਭੁੱਲਰ ਸਾਹਿਬ ਇੱਕ ਮਿੰਟ, ਭੁੱਲਰ ਸਾਹਿਬ ਇਦਾਂ ਨਾ ਕਰੋ ਭੁੱਲਰ ਸਾਹਿਬ, ਇਦਾਂ ਨਾ ਕਰੋ। ਬਸ ਸੁਣ ਲਈ ਗੱਲ ਸੁਣ ਲਈ ਇੱਕ ਮਿੰਟ ਗੱਲ ਸੁਣ ਲਈ। ਡਾਕਟਰ ਸਿੰਧਾ ਕੰਵਲ ਇੱਕ ਮਿੰਟ, ਭੁੱਲਰ ਸਾਹਿਬ ਇੱਕ ਮਿੰਟ ਪਲੀਜ਼। ਡਾਕਟਰ ਸਿੰਧਾ ਕੰਵਲ, ਜਦੋਂ ਗਵਰਨਰ ਸਾਹਿਬ ਦਾ ਭਾਸ਼ਣ ਸਮਾਪਤ ਹੋਣਾ ਸੀ, ਗਵਰਨਰ ਸਾਹਿਬ ਨੇ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਉੱਥੇ। ਉਦੋਂ ਸਾਰਿਆਂ ਨੇ ਵੈਲਕਮ ਵੀ ਕੀਤਾ, ਕਾਂਗਰਸ ਹਾਲਾਂਕਿ ਹਾਊਸ ਵਿੱਚ ਨਹੀਂ ਸੀ ਉਸ ਟਾਈਮ ਤੇ। ਗਵਰਨਰ ਸਾਹਿਬ ਨੇ ਕਿਹਾ ਕਿ ਮੇਰੀ ਐਡਵਾਈਸ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਤਰਕ ਦੇ ਆਧਾਰ ਤੇ ਗੱਲਬਾਤ ਕਰੋਗੇ, ਇੱਕ ਦੂਜੇ ਤੇ ਲਾਂਛਨ ਨਹੀਂ ਲਾਓਗੇ। ਉਹਨਾਂ ਨੇ ਬਹੁਤ ਤਰੀਕੇ ਨਾਲ ਗੱਲ ਕੀਤੀ, ਉੱਥੇ ਸਾਰਿਆਂ ਨੇ ਸੁਣੀ ਵੀ ਹੈ। ਮੈਨੂੰ ਲੱਗਦਾ ਗਵਰਨਰ ਸਾਹਿਬ ਤਾਂ ਇਹ ਚੈਪਟਰ ਕਲੋਜ਼ ਕਰਨਾ ਚਾਹ ਰਹੇ ਆ, ਜਾਂ ਤੁਹਾਨੂੰ ਲੱਗਦਾ ਕਿ ਡਾਕਟਰ ਸਿੰਧਾ ਕੰਵਲ ਚੈਪਟਰ ਇਹ ਕਲੋਜ਼ ਨਹੀਂ ਹੋਊਗਾ ਜਿਵੇਂ ਕਾਂਗਰਸ ਕਹਿ ਰਹੀ ਹੈ ਕਿ ਚੈਪਟਰ ਹਜੇ ਚੱਲਦਾ ਪਿਆ? ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਚੋਣਾਂ ਹੁੰਦੀਆਂ ਨੇ ਜਾਂ ਵੋਟਿੰਗ ਹੁੰਦੀ ਹੈ ਜਾਂ ਸਰਕਾਰਾਂ ਬਣਦੀਆਂ ਨੇ ਤੇ ਉਹਨਾਂ ਦੀ ਪ੍ਰਾਇੋਰਟੀ ਕੀ ਹੁੰਦੀ ਆ? ਲੋਕਾਂ ਦੇ ਮਸਲਿਆਤ ਨੂੰ ਹੱਲ ਕੀਤਾ ਜਾਵੇ। ਔਰ ਗਵਰਨਰ ਸਾਹਿਬ ਦੀ ਪਹਿਲਾਂ ਤੋਂ ਹੀ ਪ੍ਰਾਇੋਰਟੀ ਇਹ ਰਹੀ ਹੈ, ਕਿਉਂਕਿ ਜਦੋਂ ਆਪ ਦੀ ਗਵਰਨਮੈਂਟ, ਜਿੱਦਾਂ ਹੁਣੇ ਚਾਂਦੀ ਜੀ ਨੇ ਕਿਹਾ ਕਿ ਮਹੀਨਾ 2 ਮਹੀਨੇ ਤੋਂ ਹੀ ਗਵਰਨਰ ਕਿਉਂ ਐਕਟੀਵੇਟ ਹੋ ਗਏ ਨੇ, ਬਿਕੋਜ਼ ਦੇ ਵਾਚ, ਉਹਨਾਂ ਨੇ 8-7-8 ਮਹੀਨੇ ਪਿੱਛੇ ਵੇਖੇ ਨੇ, ਜਦੋਂ ਦੇਖਿਆ ਕਿ ਆਪ ਗਵਰਨਮੈਂਟ ਮੇਰਾ ਸਵਾਲ ਹੋਰ ਹੈ ਡਾਕਟਰ ਸਿੰਧਾ ਕੰਵਲ, ਕੰਮ ਨਹੀਂ ਕਰਦੀ ਪਈ। ਮੇਰਾ ਸਵਾਲ ਹੋਰ ਹੈ, ਸਰਕਾਰ ਕਹਿ ਕਿ ਜਦੋਂ ਗਵਰਨਰ ਸਾਹਿਬ ਆਉਂਦੇ ਮੇਰਾ ਨੇ ਸਵਾਲ ਸਦਨ ਦੇ ਹੋਰ ਵਿੱਚ, ਹੈ ਡਾਕਟਰ ਕੰਵਲ, ਮੇਰਾ ਸਵਾਲ ਹੋਰ ਹੈ। ਮੈਂ ਸਵਾਲ ਕੀ ਕਰ ਰਿਹਾ, ਤੁਸੀਂ ਜਵਾਬ ਕੀ ਦੇ ਰਹੇ ਹੋ? ਡਾਕਟਰ ਸਾਹਿਬ, ਮੇਰਾ ਸਵਾਲ ਤੇ ਹੈ ਚੈਪਟਰ ਕਲੋਜ਼ ਹੋ ਜਾਊਗਾ ਕਿ ਨਹੀਂ? ਦੇਖੋ, ਜੇਕਰ ਇਹ ਲੜਾਈ ਇਦਾਂ ਚੱਲਦੀ ਰਹਿੰਦੀ ਆ ਤਾਂ ਇਹ ਸਾਡੇ ਪੰਜਾਬ ਦੇ ਹਿੱਤ ਲਈ ਨਹੀਂ ਆ। ਜੇਕਰ ਰਾਜਪਾਲ ਸਾਹਿਬ ਨੇ ਇਹ ਗੱਲ ਦੀ ਸਿਆਣਪ, ਕਿਉਂਕਿ ਬੇਵਕੂਫੀ ਕਿੰਨਾ ਵੱਲੋਂ ਹੋ ਰਹੀ ਆ, ਰਾਜ ਸਰਕਾਰ ਵੱਲੋਂ ਹੋ ਰਹੀ ਆ, ਗਵਰਨਰ ਸਾਹਿਬ ਤਾਂ ਆਪਣੀ ਭੂਮਿਕਾ ਨਿਭਾ ਰਹੇ ਨੇ ਪ੍ਰੋਪਰ। ਚਲੋ ਡਾਕਟਰ ਕਮਲ ਇੱਕ ਸਪਸ਼ਟ ਜਵਾਬ ਦੇ ਦਿਓ। ਡਾਕਟਰ ਕਮਲ ਇੱਕ ਸਪਸ਼ਟ ਜਵਾਬ ਦੇ ਦਿਓ। ਡਾਕਟਰ ਕਮਲ, ਇਹ ਚੈਪਟਰ ਹਜੇ ਕਲੋਜ਼ ਨਹੀਂ ਹੋਇਆ, ਇਹ ਜਿਹੜੇ ਆਪਸ ਵਿੱਚ ਇਹਨਾਂ ਦੇ ਤਕਰਾਰ ਹੈਗੀ ਆ ਉਹ ਜਾਰੀ ਹੈ। ਬੀਜੇਪੀ ਦਾ ਸਟੈਂਡ ਕੀ ਹੈ? ਦੇਖੋ, ਅੱਜ ਜਦੋਂ ਇੱਕ ਗੱਲ ਬਿਲਕੁਲ ਕਲੀਅਰ ਹੋਈ ਆ, ਭਗਵੰਤ ਮਾਨ ਸਾਹਿਬ ਜਿਹੜੇ ਨੇ ਉਹ ਜਦੋਂ ਅਮਿਤ ਸ਼ਾਹ ਜੀ ਨੂੰ ਮਿਲਣ ਜਾਂਦੇ ਨੇ, ਕੇਂਦਰ ਨੇ ਅੱਜ CRPCF ਤੇ ਜਿਹੜੇ RAF ਦੀਆਂ ਜਿਹੜੀਆਂ 18 ਕੰਪਨੀਆਂ ਭੇਜੀਆਂ, ਮੈਂ ਤਕਰਾਰ ਦਾ ਸਵਾਲ ਕਰ ਰਿਹਾ ਡਾਕਟਰ ਸਿੰਧਾ ਕੰਵਲ। ਕਾਨੂੰਨ ਵਿਵਸਥਾ ਦੀ ਗੱਲ ਹੈ, ਜਦੋਂ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਰਾਜ ਸਰਕਾਰ ਦੀ ਗੱਲ ਕਰਦੇ ਹੋ, ਇਜ਼ ਇਟ ਪੋਸੀਬਲ ਕਿ ਰਾਜ ਜਿਹੜੇ ਨੇ ਇੱਕ ਗਣਤੰਤਰ ਦਾ ਹਿੱਸਾ ਨੇ? ਚਲੋ ਠੀਕ ਹੈ ਡਾਕਟਰ ਕਮਲ, ਮੈਨੂੰ ਰੋਕਣਾ ਪੈਣਾ ਹੁਣ ਤਾਂ ਰੋਕਣਾ ਪੈਣਾ। ਵਕਤ ਨਹੀਂ ਹੈ, ਰੋਕਣਾ ਪੈਣਾ ਪਲੀਜ਼। ਵਾਲੇ ਮੈਂਬਰ ਨੇ ਤਾਂ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਇਰਰਿਸਪੈਕਟਿਵ ਬਿਹੇਵੀਅਰ ਜਿਹੜਾ ਡਾਕਟਰ ਕਮਲ ਕਿਤੇ ਨਾ ਕਿਤੇ ਨੁਕਸਾਨ ਤਾਂ ਕਰੇਗਾ ਹੀ ਰਾਜ ਦਾ, ਤਾਂ ਇਹਨਾਂ ਨੂੰ ਖਤਮ ਕਰਨੀ ਚਾਹੀਦੀ ਇਹ ਗੱਲ। ਠੀਕ ਹੈ, ਬਜਾਏ ਕਿ ਰਾਜਪਾਲ ਜੀ ਨੇ ਸਗੋਂ ਠੀਕ ਹੈ ਡਾਕਟਰ ਕਮਲ, ਤੁਹਾਡਾ ਟੇਕ ਆ ਗਿਆ। ਪਲੀਜ਼ ਰੁਕ ਜਾਓ ਹੁਣ, ਪਲੀਜ਼ ਰੁਕ ਜਾਓ। ਅਰਸ਼ਪ੍ਰੀਤ ਖਡਿਆਲ, ਮੈਨੂੰ ਲੱਗਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਚੈਪਟਰ ਹਜੇ ਚੱਲਦਾ ਪਿਆ, ਕਲੋਜ਼ ਨਹੀਂ ਹੋਇਆ, ਤੁਸੀਂ ਸਾਰੀ ਆਪੋਜੀਸ਼ਨ ਨੂੰ ਨਾਲ ਲਾ ਲਿਆ। ਮਿਸਟਰ ਖਡਿਆਲ, ਤੁਸੀਂ ਕਾਮਯਾਬ ਹੋ ਗਏ ਮੈਨੂੰ ਲੱਗਦਾ। ਦੇਖੋ, ਇੱਥੇ ਸਿਰਫ ਆਪੋਜੀਸ਼ਨ ਨਹੀਂ ਤੇ ਕਾਮਯਾਬੀ ਸਾਡੀ ਨਹੀਂ, ਇਹ ਜਿਹੜੀ ਆਪਣਾ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਨੇ। ਜੇ ਕਾਮਯਾਬੀ ਹੋ ਕਿਸੇ ਦੀ ਤੇ ਪੰਜਾਬ ਦੀ ਲੋਕਾਂ ਦੀ, ਉਹ ਸਾਡੀ ਨਹੀਂ। ਅਸੀਂ ਕੁਝ ਨਹੀਂ ਹੈ, ਪੰਜਾਬ ਦੇ ਲੋਕ ਪਹਿਲਾਂ ਨੇ ਤੇ ਅਸੀਂ ਤਾਂ ਬਾਅਦ ਚ ਆਉਣੇ ਆ। ਸੋ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਕਿਹਾ ਵੀ ਜਵਾਬ ਦੇਵਾਂਗੇ, ਤਰੀਕ ਤਾਂ ਦੱਸੀ ਨਹੀਂ, ਪਹਿਲਾ ਝੂਠ ਪਹਿਲਾ ਸ਼ਗੂਫ ਆ। ਦੂਜੀ ਗੱਲ, ਇਹਨਾਂ ਨੇ ਕਿਹਾ ਵੀ ਆਪੋਜੀਸ਼ਨ ਪਾਰਟੀ ਸਾਡੇ ਖਿਲਾਫ ਯੂਨਾਈਟ ਹੋ ਰਹੀ ਹੈ ਜੀ, ਇਹ ਡਰ ਗਿਆ ਜੀ। ਕੱਲੀ ਆਪੋਜੀਸ਼ਨ ਪਾਰਟੀਆਂ ਨਹੀਂ, 3 ਕਰੋੜ ਪੰਜਾਬ ਦੇ ਲੋਕ ਤੁਹਾਡੇ ਖਿਲਾਫ ਯੂਨਾਈਟ ਹੋ ਰਹੇ ਹੈ। ਇੱਕ ਦਿਨ ਤੋਂ ਬਾਅਦ ਆਪਣਾ ਡੇਲੀ ਦੇ ਆਰ ਐਡਿੰਗ। ਤੇ ਤੀਜੀ ਗੱਲ ਇਹ ਹੈ ਕਿ ਭੁੱਲਰ ਸਾਹਿਬ ਨੇ ਵੀ ਇੱਕ ਗੱਲ ਕੀਤੀ। ਭੁੱਲਰ ਸਾਹਿਬ ਕਹਿੰਦੇ ਵੀ ਕਾਂਗਰਸ ਦੀ ਇੱਥੇ ਮੀਟਿੰਗ ਹੋਈ, ਇਹਨਾਂ ਨਾਲ ਹੋਈ, ਐ ਹੋਇਆ। ਜੇ ਸੱਚ ਹੁੰਦਾ ਤੇ ਇਹਨਾਂ ਨੇ ਸਾਨੂੰ ਐਕਸਪੋਜ਼ ਕਰਨਾ ਸੀਗਾ, ਪਿਟੀਸ਼ਨ ਪਾਉਂਦੇ, ਐਕਸ਼ਨ ਲੈਂਦੇ, ਕੁਝ ਵੀ ਨਹੀਂ ਕੀਤਾ। ਇੱਥੋਂ ਸ਼੍ਰੋਮਣੀ ਅਕਾਲੀ ਦਲ ਆਪ ਐਕਸਪੋਜ਼ ਹੋ ਗਿਆ ਕਿ ਇਹ ਝੂਠ ਹੈ। ਮੈਂ ਖਡਿਆਲ ਸਾਹਿਬ ਇੱਕ ਸਵਾਲ ਕਰਨਾ, ਖਡਿਆਲ ਸਾਹਿਬ ਇੱਕ ਆਖਰੀ ਸਵਾਲ ਕਰਨਾ ਚਾਹੁੰਦਾ ਮੈਂ ਤੁਹਾਨੂੰ। ਮੈਂ ਡਿਬੇਟ ਸਮਾਪਤ ਕਰਨੀ, ਫਿਰ ਡਿਬੇਟ ਸਮਾਪਤ ਕਰਨੀ। ਇੱਕ ਜ਼ਰੂਰੀ ਪੁਆਇੰਟ ਹੈ, ਮੈਂ ਕਿਉਂ ਕਿਹਾ ਸੀਗਾ ਵੀ ਚੈਪਟਰ ਹਜੇ ਚੱਲ ਰਿਹਾ, ਉਹ ਕਲੋਜ਼ ਨਹੀਂ ਹੋਇਆ, ਉਹਦੇ ਫੁੱਲ ਸਟਾਪ ਨਹੀਂ ਲੱਗਿਆ, ਬਿਕੋਜ਼ ਇਹ ਹੁੰਦੀ ਨਹੀਂ ਇਹ ਗੱਲ। ਇਹ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਗਵਰਨਰ ਸਾਹਿਬ ਦੇ ਵੀ ਟਸਲ ਚੱਲਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਸਿਸਟਮ ਹੀ ਏਦਾਂ ਹੰਕਾਰ। ਮੈਂ ਇੱਕ ਸਵਾਲ ਕਰਨਾ ਖਡਿਆਲ ਸਾਹਿਬ, ਮੈਂ ਇੱਕ ਸਵਾਲ ਕਰਨਾ ਫਿਰ ਡਿਬੇਟ ਸਮਾਪਤ ਕਰਨੀ ਹੈ। ਕੰਕਲੂਡ ਕरें 5 सेकंड्स। चलो मैं एक सवाल करना फिर मैं डिबेट समाप्त करनी। खड़ियाल साहब प्लीज, कॉन्फिडेंस मोशन वाले भी इशू आप लोगों को वक्त नहीं है। खड़ियाल साहब वक्त नहीं है, एक सवाल कर लें तो मैंने मैं डिबेट समाप्त करनी। खड़ियाल साहब मैं डिबेट समाप्त करनी, एक सवाल करना।
ਕੀ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਅਨਸਟੇਬਲ ਕਰਨਾ ਚਾਹੁੰਦੀ ਹੈ? ਖੜਿਆਲ ਸਾਹਿਬ ਕਾਂਗਰਸ ਸਟੈਂਡ ਇਹ ਤਾਂ ਸੈਂਟਰਲ ਗਵਰਨਮੈਂਟ ਹੀ ਦੱਸ ਸਕਦੀ ਹੈ। ਸਵਾਲ ਉਹਨੂੰ ਕੀਤਾ ਜਾਣਾ ਚਾਹੀਦਾ ਹੈ ਜਿਹੜੀ ਚੀਜ਼ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਵੀ ਕੈਨੋਟ ਪੋਸੀਬਲੀ ਹੈਵ ਐਨ ਆਨਸਰ ਟੂ ਇਟ। ਹੁਣ ਮੇਰਾ ਪੁਆਇੰਟ ਕੰਪਲੀਟ ਹੋ ਲੈਣ ਦਿਓ। ਇਹ ਤੋਂ ਪਹਿਲਾਂ ਕੌਨਫੀਡੈਂਸ ਮੋਸ਼ਨ ਵਾਲੇ, ਉਹ ਤੋਂ ਪਹਿਲਾਂ ਹੋਰ ਅਸੈਂਬਲੀ ਸੈਸ਼ਨਸ ਵਾਲੇ, ਉਹ ਤੋਂ ਬਾਅਦ ਜਦੋਂ ਗਵਰਨਰ ਸਾਹਿਬ ਦੀਆਂ 3 ਵਿਜ਼ਿਟਸ ਹੋਈਆਂ, ਇਹ ਇਸ਼ੂ ਪ੍ਰੀਵੇਲ ਕਰਦਾ ਆ ਰਿਹਾ ਹੈ। ਇਹਨੂੰ ਚੰਗੀ ਤਰ੍ਹਾਂ ਰਿਜ਼ੋਲਵ ਕਰਨ ਦੀ ਜ਼ਰੂਰਤ ਹੈ। ਤਾਂ ਕਰਕੇ ਅਸੀਂ ਪੁੱਛਿਆ ਸੀਗਾ ਵੀ ਦੱਸ ਦਿਓ ਇਹ ਤੋਂ ਬਾਅਦ ਤਾਂ ਨਹੀਂ ਫਾਈਟ ਆਊਟ ਅਸਲ। ਚਲੋ ਠੀਕ ਹੈ। ਰਮਨ ਚਾਂਦੀ, ਆਖਰੀ ਸਵਾਲ ਤੁਹਾਡੇ ਤੋਂ। ਰਮਨ ਚਾਂਦੀ, ਜੋ ਆਪੋਜੀਸ਼ਨ ਕਹਿ ਰਹੀ ਹੈ ਕਿ ਆਪੋਜੀਸ਼ਨ ਤੁਹਾਨੂੰ ਨਸੀਹਤ ਦੇ ਰਹੀ ਹੈ, ਤੁਹਾਡੇ ਨਾਲ ਖੜੀ ਹੈ ਆਪੋਜੀਸ਼ਨ, ਤੁਹਾਨੂੰ ਕੀ ਲੱਗਦਾ ਪਿਆ ਰਮਨ ਚਾਂਦੀ? ਐਵੇਂ ਵਿਰੋਧ ਕਰਨ ਨੂੰ ਵਿਰੋਧ ਨਾ ਕਰਿਓ। ਕੇਪੀ ਜੀ ਗੱਲ ਇਹ ਹੈ, ਦੇਖੋ ਜਿਸ ਤਰ੍ਹਾਂ ਅੱਜ ਕਾਂਗਰਸ ਨੇ ਸਦਨ ਦੇ ਅੰਦਰ ਆਪਣਾ ਰੁਖ ਅਪਣਾਇਆ, ਇਸ ਤਰ੍ਹਾਂ ਦਾ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ। ਕਿਉਂਕਿ ਜਦੋਂ ਗਵਰਨਰ ਸਾਹਿਬ ਹਮੇਸ਼ਾ ਆਪਣਾ ਭਾਸ਼ਣ ਪੜ੍ਹਦੇ ਨੇ ਤਾਂ ਸਾਰੀਆਂ ਧਿਰਾਂ ਪਹਿਲਾਂ ਉਸ ਭਾਸ਼ਣ ਨੂੰ ਸੁਣਦੀਆਂ ਨੇ। ਦੇਖੋ ਜਦੋਂ ਬਹਿਸ ਹੋਣੀ ਹੁੰਦੀ ਹੈ, ਡਿਬੇਟ ਦਾ ਸਮਾਂ ਰੱਖਿਆ ਜਾਂਦਾ ਹੈ। ਔਰ ਇਹ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ ਕਿ ਮਾਨ ਸਾਹਿਬ ਨੇ ਪਹਿਲੀ ਵਾਰ ਸਾਰੇ ਨਾਲੋਂ ਵੱਧ ਸਮਾਂ ਰੱਖਿਆ। ਘੱਟੋ ਘੱਟ 3 ਦਿਨ ਡਿਬੇਟਸ ਚੱਲਣੀਆਂ ਨੇ, ਕੱਲੇ ਦਾ ਜਵਾਬ ਦਿੱਤਾ ਜਾਏਗਾ ਔਰ ਪਟਲ ਤੇ ਸੁਣ ਕੇ ਜਾਣ। ਲੇਕਿਨ ਇਹਨਾਂ ਨੇ ਆਪਣਾ ਰੁਖ ਪਹਿਲੇ ਹੀ ਕਲੀਅਰ ਕਰ ਦਿੱਤਾ ਕਿ ਅਸੀਂ ਰੌਲਾ ਪਾ ਕੇ ਵਾਕਆਊਟ ਕਰਨਾ ਹੈ, ਜਿਹੜੇ 10-12 ਦਿਨ ਸੈਸ਼ਨ ਚੱਲਣਾ ਹੈ। ਕਿਉਂਕਿ ਪੰਜਾਬ ਦੇ ਵਿੱਚ ਹੋ ਰਹੇ ਚੰਗੇ ਕੰਮਾਂ ਨੂੰ ਲੈ ਕੇ ਵਿਰੋਧੀ ਧਿਰਾਂ ਇਸ ਗੱਲ ਨੂੰ ਲੈ ਕੇ ਬੁਖਲਾ ਗਈਆਂ ਨੇ। ਚਲੋ ਠੀਕ ਹੈ ਰਮਨ ਚਾਂਦੀ, ਠੀਕ ਦੇ ਲੋਕਾਂ ਲਈ ਠੀਕ ਹੈ। ਸਾਡੇ ਤੋਂ ਨਹੀਂ ਹੋਇਆ। ਚਲੋ ਭੁੱਲਰ ਸਾਹਿਬ ਫਟਾਫਟ ਬੋਲਿਓ, 30 ਸੈਕਿੰਡ ਪਲੀਜ਼। ਭੁੱਲਰ ਸਾਹਿਬ ਫਟਾਫਟ ਬੋਲਿਓ ਪਲੀਜ਼। ਗੱਲ ਸਿਰਫ ਇੰਨੀ ਕਹਿ ਰਹੀ, ਅਸੀਂ ਫੈਡਰਲ ਢਾਂਚੇ ਦੇ ਬਿਲਕੁਲ ਹੱਕ 'ਚ ਹੈ। ਫੈਡਰਲ ਢਾਂਚਾ ਰਹਿਣਾ ਚਾਹੀਦਾ ਹੈ, ਉਹਦੇ 'ਚ ਫਾਲਤੂ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਪਰ ਇੰਨਾ ਹਾਈ ਹੈਡਡ ਹੋ ਕੇ ਤੁਸੀਂ ਸਰਕਾਰ ਨਹੀਂ ਚਲਾ ਸਕਦੇ ਪੰਜਾਬ ਦੇ ਵਿੱਚ। ਪੰਜਾਬ ਵੱਲ ਧਿਆਨ ਦੇਣਾ ਪਊਗਾ। ਮੁੱਖ ਮੰਤਰੀ ਨੂੰ ਪੰਜਾਬ 'ਚ ਬਹੁਤ ਧੰਨਵਾਦ। ਪੰਜਾਬ 'ਚ ਬਿਠਾਓ ਤੇ ਪੰਜਾਬ ਦਾ ਮੇਰੇ ਕੋਲ ਵਕਤ ਨਹੀਂ ਹੈ। ਡਾਕਟਰ ਸਿੰਘ ਕਮਲ ਬਹੁਤ ਧੰਨਵਾਦ ਤੁਹਾਡਾ। ਭੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਖੜਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਰਮਨ ਚਾਂਦੀ ਤੁਹਾਡਾ ਬਹੁਤ ਧੰਨਵਾਦ। ਬਜਟ ਇਜਲਾਸ ਦੇ ਆਗਾਜ਼ ਮੌਕੇ ਰਾਜਪਾਲ ਦੇ ਭਾਸ਼ਣ ਤੇ ਘਮਸਾਨ ਹੋਇਆ। ਇਹਦੇ ਪਰਦੇ ਪਿੱਛੇ ਕੀ ਹੈਗਾ ਉਸ ਨੂੰ ਸੋਚਣ ਵਿਚਾਰ ਜ਼ਰੂਰਤ ਹੈ। ਕੀ ਹੈ ਜਿਹੜਾ ਇਹ ਭਾਸ਼ਣ ਹੈਗਾ, ਇਸ ਭਾਸ਼ਣ ਦੇ ਉੱਤੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਉੱਤੇ ਲਗਾਤਾਰ ਡਿਬੇਟ ਹੁੰਦੀ ਰਹੂਗੀ। ਬਹੁਤ ਧੰਨਵਾਦ।